ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ। ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਂਦਾ ਹੈ। ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਇਹ ਦਿਹਾੜਾ। ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਇਸ ਦਿਹਾੜੇ ਦੇ ਸੰਬੰਧ ਵਿੱਚ ਆਪਾਂ ਥੋੜ੍ਹੀ ਬਹੁਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤ ਦੇ ਅੰਦਰ ਮਨੁੱਖੀ ਅਧਿਕਾਰਾਂ ਦੇ ਹਾਲਾਤ ਕੀ ਹੈਗੇ ਨੇ। ਆਪਾਂ ਇਸ ਬਾਬਤ ਗੱਲਬਾਤ ਕਰਾਂਗੇ। ਦੋ ਤਰ੍ਹਾਂ ਦੇ ਹਾਲਾਤ ਨੇ। ਇੱਕ ਤੇ ਮਨੁੱਖੀ ਅਧਿਕਾਰਾਂ ਦੇ ਹਾਲਾਤ ਭਈ ਇੱਕ ਮਨੁੱਖ ਨੇ ਕਿਸੇ ਦੂਜੇ ਮਨੁੱਖ ਦੇ ਜਿਹੜੇ ਅਧਿਕਾਰ ਹੈਗੇ ਨੇ ਉਹਨਾਂ ਦੀ ਰਾਖੀ ਕਿੱਦਾਂ ਕਰਨੀ ਹੈ, ਜਾਂ ਉਹਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਤੇ ਉਹਨੂੰ ਉਹਦੇ ਜਿਹੜੇ ਮਨੁੱਖੀ ਅਧਿਕਾਰ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦੇ ਉਹ ਉਹਨੂੰ ਮੁਹੱਈਆ ਕਰਵਾਉਣੇ ਨੇ। ਇੱਕ ਗੱਲ ਇਹ ਹੋ ਗਈ। ਦੂਜੀ ਗੱਲ ਹੋ ਗਈ ਕਿ ਕਿਸੇ ਵੀ ਮੁਲਕ ਦੀ ਸਰਕਾਰ ਆਪਣੇ ਦੇਸ਼ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਖਿਆਲ ਰੱਖਦੀ ਹੈ ਜਾਂ ਨਹੀਂ। ਦੋਨੋਂ ਗੱਲਾਂ ਵਿਚਾਰਾਂਗੇ। ਜਿਹੜੀ ਪਹਿਲੀ ਗੱਲ ਹੈਗੀ ਆ ਉਹ ਇਹ ਹੈ, ਮੰਨ ਲਓ ਮੈਂ ਹੈਗਾ ਤੇ ਮੇਰੇ ਇਲਾਕੇ ਦੇ ਵਿੱਚ, ਮੇਰੇ ਪਿੰਡ ਦੇ ਵਿੱਚ, ਮੇਰੇ ਸ਼ਹਿਰ ਦੇ ਵਿੱਚ, ਮੇਰੀ ਗਲੀ ਵਿੱਚ, ਮੇਰੇ ਮੁਹੱਲੇ ਵਿੱਚ, ਮੇਰੇ ਆਂਢ ਗੁਆਂਢ ਵਗੈਰਾ ਵਗੈਰਾ ਸਾਰਾ ਕੁਛ ਹੀ ਲਾ ਲਓ। ਅਸੀਂ ਇੱਕ ਮਨੁੱਖ ਹੋਣ ਦੇ ਨਾਤੇ ਅਸੀਂ ਦੂਜੇ ਮਨੁੱਖਾਂ ਦੇ ਅਧਿਕਾਰਾਂ ਦਾ ਕਿੰਨਾ ਕੁ ਖਿਆਲ ਰੱਖਦੇ ਹਾਂ। ਕੀ ਅਸੀਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਵਜ੍ਹਾ ਤਾਂ ਨਹੀਂ ਬਣਦੇ। ਇੱਕ ਇਹ ਗੱਲ ਹੈਗੀ ਆ। ਔਰ ਦੂਜੀ ਗੱਲ, ਸਰਕਾਰਾਂ ਆਪਣੇ ਮੁਲਕ ਦੇ ਲੋਕਾਂ ਦੇ ਨਾਲ ਕਿਸ ਕਿਸਮ ਦੇ ਨਾਲ ਰਵੱਈਆ ਅਪਣਾਉਂਦੀਆਂ ਨੇ, ਉਹਨਾਂ ਦੇ ਪ੍ਰਤੀ ਕਿਸ ਕਿਸਮ ਦੇ ਨਾਲ ਆਪਣੇ ਮੁਲਕ ਦੇ ਲੋਕਾਂ ਨੂੰ ਟਰੀਟ ਕੀਤਾ ਜਾਂਦਾ ਹੈਗਾ। ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਆਪਣੇ ਅਧਿਕਾਰਾਂ ਦੇ ਖਾਤਰ ਸੰਘਰਸ਼ ਕਰ ਰਹੇ ਹੁੰਦੇ ਨੇ। 1947 ਨੂੰ ਕਹਿੰਦੇ ਭਾਰਤ ਆਜ਼ਾਦ ਹੋ ਗਿਆ ਸੀਗਾ। ਸੋ ਇਹਨਾਂ ਦੇ ਮੁਤਾਬਕ ਜੇ ਭਾਰਤ ਆਜ਼ਾਦ ਹੋ ਗਿਆ ਸੀਗਾ ਤੇ ਭਾਰਤ ਆਜ਼ਾਦ ਹੋਇਆ ਤੇ ਭਾਰਤ ਦੀ ਧਰਤੀ ਦੇ ਉੱਪਰ ਰਹਿਣ ਵਾਲੇ ਲੋਕ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਦੇ ਨੇ। ਪਿੱਛੇ ਝਾਤ ਮਾਰ ਕੇ ਵੇਖ ਲਓ, ਜਿੰਨੇ ਬਾਰੇ ਵੀ ਬੀਤ ਚੁੱਕੇ ਨੇ ਇਸ ਮੁਲਕ ਨੂੰ ਆਜ਼ਾਦ ਹੋਇਆਂ ਨੂੰ। ਮੰਨ ਲਓ ਇਸ ਮੁਲਕ ਦੇ ਵਿੱਚ ਕੀ ਕੁਛ ਨਹੀਂ ਵਾਪਰਿਆ, ਕਿੰਨੀ ਵਾਰ ਮਨੁੱਖਾਂ ਦੇ ਅਧਿਕਾਰਾਂ ਦਾ ਘਾਣ ਨਹੀਂ ਹੋਇਆ। ਮਤਲਬ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਅੱਜ ਤੱਕ ਲਗਾਤਾਰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਆਪਣੇ ਪਿੰਡੇ ਦੇ ਉੱਪਰ ਝੱਲ ਰਹੀਆਂ ਨੇ। ਇੱਥੇ ਜੇ ਤੁਹਾਨੂੰ ਆਪਾਂ ਪੰਜਾਬ ਦੀ ਗੱਲ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ, ਪੰਜਾਬ ਤੋਂ ਇਲਾਵਾ ਤੁਸੀਂ ਤਾਮਿਲਨਾਡੂ ਚਲੇ ਜਾਓ, ਤਾਜ਼ੀਆਂ ਘਟਨਾਵਾਂ ਪਿੱਛੇ ਵੀ ਘਟ ਕੇ ਹਟੀਆਂ ਨੇ। ਤੁਸੀਂ ਨਾਗਾਲੈਂਡ ਦੇ ਵਿੱਚ ਚਲ ਜਾਓ, ਇੱਥੋਂ ਦੀ ਫੌਜ ਦੇ ਵੱਲੋਂ ਦੇਸ਼ ਦੇ ਉੱਥੋਂ ਦੇ ਆਮ ਲੋਕ ਜਿਹੜੇ ਨੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈਗਾ। ਔਰ ਬਾਅਦ 'ਚ ਆਖਿਆ ਜਾਂਦਾ, ਪਾਰਲੀਮੈਂਟ ਵਿੱਚ ਆਖਿਆ ਜਾਂਦਾ ਕਿ ਪਹਿਚਾਣ ਵਿੱਚ ਕੋਈ ਗਲਤੀ ਹੋ ਗਈ ਸੀਗੀ। ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਜੋ ਘਾਣ ਹੁੰਦਾ ਹੈਗਾ ਆਏ ਦਿਨ ਆਪਾਂ ਵੇਖਦੇ ਹਾਂ, ਸੁਣਦੇ ਹਾਂ, ਉਹਦੀਆਂ ਖਬਰਾਂ ਸਾਨੂੰ ਮਿਲਦੀਆਂ ਨੇ। ਜੇ ਕੋਈ ਸੂਬਾ, ਜੇ ਕਿਸੇ ਮੁਲਕ ਦੇ ਲੋਕ ਆਪਣੀ ਆਜ਼ਾਦੀ ਦੀ ਖਾਤਰ ਸੰਘਰਸ਼ ਕਰਦੇ ਨੇ ਤਾਂ ਉਹਨਾਂ ਦਾ ਇਹ ਸੰਘਰਸ਼ ਵਾਜਬ ਕਿਉਂ ਨਹੀਂ ਹੁੰਦਾ ਹੈਗਾ। ਕੀ ਇੱਥੋਂ ਦੀਆਂ ਸਰਕਾਰਾਂ ਨਹੀਂ ਸਮਝਦੀਆਂ ਕਿ ਉਹਨਾਂ ਦੇ ਮਨੁੱਖੀ ਅਧਿਕਾਰ ਨੇ, ਜ਼ਿੰਦਗੀ ਜਿਉਣ ਦਾ ਹਰ ਇੱਕ ਨੂੰ ਹੱਕ ਹੈ ਔਰ ਉਹਨੇ ਕਿਸ ਕਿਸਮ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈਗਾ, ਭਾਵ ਕਿ ਕਿਸੇ ਦੂਜੇ ਨੂੰ ਬਿਨਾਂ ਤੰਗ ਕੀਤਿਆਂ। ਇਹਦਾ ਤੇ ਹਰ ਇੱਕ ਨੂੰ ਅਧਿਕਾਰ ਹੋਣਾ ਚਾਹੀਦਾ। ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਮਨੁੱਖੀ ਅਧਿਕਾਰਾਂ ਦੇ ਘਾਣ ਦੀ। ਆਪਾਂ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬੀ ਸੂਬਾ ਬਣਾਉਣ ਦੇ ਵਾਸਤੇ ਲੰਬੀ ਜਹਿਦ ਕਰਨੀ ਪਈ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ। ਵੱਡੀ ਜਹਿਦ ਕਰਨ ਤੋਂ ਬਾਅਦ ਮਿਲਿਆ ਕੀ ਭਲਾ? ਸੂਬੀ ਮਿਲੀ। ਉਸ ਖਿੱਤੇ ਦੇ ਲੋਕਾਂ ਨੂੰ ਜਿਸ ਖਿੱਤੇ ਦੇ ਲੋਕਾਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਵਾਸਤੇ ਰਹੀਆਂ ਹੋਣ, ਜਿਨ੍ਹਾਂ ਨੂੰ ਇਹ ਆਖਿਆ ਹੋਵੇ ਕਿ ਜਦੋਂ ਇਹ ਮੁਲਕ ਆਜ਼ਾਦ ਹੋ ਜਾਊਗਾ ਤਾਂ ਫਿਰ ਤੁਹਾਨੂੰ ਇੱਕ ਇੱਦਾਂ ਦਾ ਖਿੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਸਹੀ ਮਾਇਨੇ ਵਿੱਚ ਨਿੱਘ ਮਾਣ ਸਕੋਗੇ। ਪਹਿਲਾ ਤੋਹਫਾ ਮਿਲਿਆ ਮਨੁੱਖੀ ਅਧਿਕਾਰਾਂ ਦਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਸਿੱਖਾਂ ਨੂੰ ਆਪਣਾ ਸੂਬਾ ਲੈਣ ਦੇ ਵਾਸਤੇ ਵੱਡੀ ਜਹਿਦ ਕਰਨੀ ਪਈ, ਸੰਘਰਸ਼ ਕਰਨੇ ਪਏ। ਪੰਜਾਬੀ ਸੂਬੀ ਮਿਲੀ ਔਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬੋਂ ਬਾਹਰ ਹੈ। ਪੰਜਾਬ ਦੇ ਪਾਣੀਆਂ ਦੇ ਵਾਸਤੇ, ਪੰਜਾਬ ਦੀ ਆਬੋ ਹਵਾ ਦੇ ਵਾਸਤੇ, ਪੰਜਾਬ ਦੀ ਧਰਤੀ ਦੇ ਲੋਕਾਂ ਦੀ ਆਜ਼ਾਦੀ ਦੇ ਵਾਸਤੇ ਔਰ ਆਪਣੀ ਜਿਹੜੀਆਂ ਧਾਰਮਿਕ ਰਹੁ ਰੀਤਾਂ ਹੁੰਦੀਆਂ ਨੇ ਉਹਨਾਂ ਨੂੰ ਕਾਇਮ ਰੱਖਣ ਦੀ ਖਾਤਰ, ਆਪਣੀ ਹੋਂਦ ਹਸਤੀ ਨੂੰ ਬਰਕਰਾਰ ਰੱਖਣ ਦੀ ਖਾਤਰ ਇੱਥੋਂ ਦੇ ਲੋਕਾਂ ਨੂੰ ਸੰਘਰਸ਼ ਕਰਨਾ ਪਿਆ। ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰੀ ਪੱਧਰ 'ਤੇ ਹੁੰਦਾ। ਇੱਥੇ 1984 ਵਾਪਰਦੀ ਹੈ। ਸਿੱਖਾਂ ਦੇ ਆਪਣੇ ਮੁਕੱਦਸ ਸਥਾਨ ਦੇ ਉੱਪਰ ਇੱਥੋਂ ਦੀ ਫੌਜ ਦੇ ਵੱਲੋਂ ਹਮਲਾ ਕੀਤਾ ਜਾਂਦਾ ਔਰ ਉਹ ਹਥਿਆਰ ਵਰਤੇ ਜਾਂਦੇ ਨੇ ਜਿਹੜੇ ਹਥਿਆਰ ਇੱਕ ਮੁਲਕ ਦੂਜੇ ਮੁਲਕ ਦੇ ਉੱਪਰ ਵਰਤਣ ਲੱਗਿਆ ਵੀ ਪਹਿਲਾਂ 100 ਵਾਰ ਸੋਚਦਾ ਹੈ ਜਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੁੰਦਾ ਹੈ। ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ ਜੀ ਆਪਾਂ। ਇੱਥੇ ਆਪਣੇ ਹੀ ਮੁਲਕ ਦੇ ਵਿੱਚ, ਆਪਣੇ ਹੀ ਮੁਲਕ ਦੇ ਲੋਕਾਂ ਦੇ ਧਾਰਮਿਕ ਸਥਾਨ ਦੇ ਉੱਪਰ ਟੈਂਕਾਂ ਦੇ ਤੋਪਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਹਜ਼ਾਰਾਂ ਲੱਖਾਂ ਬੇਗੁਨਾਹਾਂ ਦਾ ਕਤਲੇਆਮ ਹੁੰਦਾ ਹੈਗਾ ਸਰਕਾਰੀ ਸ਼ਹਿਰ ਦੇ ਉੱਪਰ। ਉਸ ਤੋਂ ਬਾਅਦ ਜਿਹੜੀ ਖਾੜਕੂ ਲਹਿਰ ਚੱਲੀ ਹੈ, ਸਾਰੇ ਕਾਸੇ ਦੀ ਮੈਂ ਗੱਲ ਕਰ ਰਿਹਾ ਹੈਗਾ। ਮੈਂ ਬੇਨਤੀ ਕਰਾਂ, ਕੁਛ ਮੈਂ ਹਵਾਲੇ ਦਊਂਗਾ। ਬਹੁਤ ਮੇਰੀ ਲਿਸਟ ਮੇਰੇ ਕੋਲ ਲਿਖੀ ਪਈ ਹੈ ਔਰ ਜਿੰਨੇ ਜਣੇ ਵੀ ਤੁਸੀਂ ਗੱਲਬਾਤ ਨੂੰ ਸੁਣ ਰਹੇ ਹੋ, ਇਹ ਲਿਸਟ ਵਿੱਚ ਹੋਰ ਬਹੁਤ ਵੱਡਾ ਵਾਧਾ ਹੋ ਸਕਦਾ ਹੈਗਾ। ਬੜੀ ਲੰਬੀ ਲਿਸਟ ਹੈ। ਮੈਂ ਕੁਛ ਹਵਾਲੇ ਦੇ ਕੇ ਗੱਲ ਕਰਨੀ ਚਾਹੂੰਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ
ਬੇਅੰਤ ਸਿੰਘ ਦੀ ਅੱਜ ਵੀ ਸਰਕਾਰੀ ਪੱਧਰ ਦੇ ਉੱਪਰ ਬਰਸੀ ਮਨਾਈ ਜਾਂਦੀ ਹੈ। ਬੇਅੰਤ ਸਿੰਘ ਦੇ ਰਾਜ ਭਾਗ ਦੇ ਵਿੱਚ ਕੀ ਕੁਝ ਵਾਪਰਿਆ ਸੀਗਾ ਆਪਾਂ ਸਾਰੇ ਜਾਣਦੇ ਹਾਂ। ਕਿ ਬੇਅੰਤ ਸਿੰਘ ਦੀ ਸਰਕਾਰ ਵੇਲੇ, ਉਸ ਵੇਲੇ ਦੇ ਉਸ ਮੁੱਖ ਮੰਤਰੀ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਕੀਤਾ। ਕੋਈ ਵੀ ਹਿੱਕ ਠੋਕ ਕੇ ਆਖੇ ਆ ਜਾਵੇ, ਹਿੱਕ ਠੋਕ ਕੇ ਕਹਿਣ ਵਾਸਤੇ ਆ ਜਾਵੇ ਕਿ ਉਸ ਵੇਲੇ ਦੇ ਮੁੱਖ ਮੰਤਰੀ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਕੀਤਾ। ਇੱਕ ਸਵਾਲ ਹੈਗਾ ਕਿ ਉਸ ਵੇਲੇ ਦੇ ਮੁੱਖ ਮੰਤਰੀ ਨੇ ਜਿਹੜਾ ਭਾਰਤ ਦਾ ਸੰਵਿਧਾਨ ਤੇ ਭਾਰਤ ਦਾ ਕਾਨੂੰਨ ਹੈਗਾ ਉਹਦੀਆਂ ਰੱਜ ਕੇ ਧੱਜੀਆਂ ਨਹੀਂ ਉਡਾਈਆਂ। ਕਿ ਉਸ ਵੇਲੇ ਜਿਹੜੀ ਖਾੜਕੂ ਲਹਿਰ ਚੱਲ ਰਹੀ ਸੀਗੀ, ਇਹਨਾਂ ਦੇ ਮੁਤਾਬਕ ਅੱਤਵਾਦੀਆਂ ਦੀ ਲਹਿਰ ਚੱਲ ਰਹੀ ਸੀਗੀ, ਕਿ ਅੱਤਵਾਦ ਨੂੰ ਕੁਚਲਣ ਦੇ ਵਾਸਤੇ ਕੀ ਇਹਨਾਂ ਨੇ ਭਾਰਤੀ ਕਾਨੂੰਨ ਅਤੇ ਭਾਰਤ ਦੇ ਸੰਵਿਧਾਨ ਨੂੰ ਛਿੱਕੇ ਦੇ ਉੱਪਰ ਨਹੀਂ ਟੰਗਿਆ? ਇਹ ਸਵਾਲ ਹੈ ਜੀ। ਉਹਨਾਂ ਦੇ ਪਰਿਵਾਰਾਂ ਨੂੰ ਕਿਸ ਕਿਸਮ ਦੇ ਨਾਲ ਟਰੀਟ ਕੀਤਾ ਗਿਆ ਉਹਨਾਂ ਸਮਿਆਂ ਦੇ ਵਿੱਚ, ਕਿਵੇਂ ਉਹਨਾਂ ਦੇ ਉੱਪਰ ਤਸ਼ੱਦਦ ਢਾਏ ਗਏ, ਇਹ ਸਾਰਾ ਕੁਝ ਸਾਡੇ ਸਾਹਮਣੇ ਹੈ। ਕਿ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੈ? ਔਰ ਉਹਦੀ ਸਰਪ੍ਰਸਤੀ ਦੇ ਹੇਠ ਪੰਜਾਬ ਦਾ ਸਾਬਕਾ DGP KPS ਗਿੱਲ ਨੂੰ ਅੱਜ ਵੀ ਹੀਰੋ ਮੰਨਿਆ ਜਾਂਦਾ ਹੈ। ਜਿੱਦਾਂ ਪੰਜਾਬ ਦੇ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮਨਾਈ ਜਾਂਦੀ ਹੈ ਨਾ ਸਰਕਾਰੀ ਪੱਧਰ ਦੇ ਉੱਪਰ, ਇੱਦਾਂ ਹੀ ਪੰਜਾਬ ਦੇ DGP ਨੂੰ ਸਰਕਾਰੀ ਪੱਧਰ 'ਤੇ ਅੱਜ ਵੀ ਮਾਨਤਾ ਪ੍ਰਾਪਤ ਹੈ ਔਰ ਹੀਰੋ ਦੀ ਮਾਨਤਾ ਪ੍ਰਾਪਤ ਹੈ ਕਿ ਪੰਜਾਬ ਦਾ ਉਹ ਹੀਰੋ ਜਿਹਨੇ ਪੰਜਾਬ ਦੇ ਵਿੱਚੋਂ ਅੱਤਵਾਦ ਦਾ ਸਫਾਇਆ ਕਰ ਦਿੱਤਾ ਸੀ। ਕਿ ਮਨੁੱਖੀ ਅਧਿਕਾਰਾਂ ਦਾ ਰਾਖਾ ਕਿਹਾ ਜਾ ਸਕਦਾ, ਜਿਹਨੇ ਸੰਵਿਧਾਨ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਹੋਣ, ਜਿਹਨੇ ਕਾਨੂੰਨ ਦੀ ਰਤਾ ਵੀ ਪਰਵਾਹ ਨਾ ਕੀਤੀ ਹੋਵੇ। ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਕਾਨੂੰਨ ਦੇ ਰਾਖੇ ਨੇ, ਉਹਨਾਂ ਲੋਕਾਂ ਨੇ ਸਾਰਾ ਕੁਝ ਨਹੀਂ ਕੀਤਾ। ਸਵਾਲ ਹੈਗੇ ਨੇ ਬਹੁਤ ਜ਼ਿਆਦਾ, ਜਵਾਬ ਕੀ ਭਲਾ ਕੋਈ ਦੇਣ ਵਾਸਤੇ ਮੂਹਰੇ ਆਊਗਾ। ਉਸ ਤੋਂ ਬਾਅਦ ਜਦੋਂ ਖਾੜਕੂ ਲਹਿਰ ਚੱਲਦੀ ਹੈ ਤਾਂ ਪੰਜਾਬ ਦੀ ਧਰਤੀ ਦੇ ਉੱਪਰ 25,000 ਇੱਦਾਂ ਦੇ ਨੌਜਵਾਨ ਮੁੰਡੇ ਔਰ ਬਜ਼ੁਰਗ ਮਾਤਾਵਾਂ ਔਰ ਬਜ਼ੁਰਗ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਕਰਨ ਦੀ ਜਦੋਂ ਗੱਲ ਆਉਂਦੀ ਹੈ ਤੇ ਲਾਵਾਰਿਸ ਲਾਸ਼ਾਂ ਕਹਿ ਕੇ ਉਹਨਾਂ ਨੂੰ ਸਾੜਿਆ ਗਿਆ। 25,000 ਇੱਦਾਂ ਦੇ ਇਹ ਮਾਮਲੇ ਜਿਹੜੇ ਸਾਹਮਣੇ ਆਏ, ਕੌਣ ਲੈ ਕੇ ਆਏ ਭਲਾ? ਐਡਵੋਕੇਟ ਜਸਵੰਤ ਸਿੰਘ ਖਾਲੜਾ। ਐਡਵੋਕੇਟ ਸ਼ਹੀਦ ਬਣ ਗਏ ਫਿਰ ਬਾਅਦ ਦੇ ਵਿੱਚ ਉਹ, ਕਿਉਂਕਿ ਉਹਨਾਂ ਨੂੰ 25,001ਵੀਂ ਲਾਸ਼ ਬਣਾ ਦਿੱਤਾ ਗਿਆ ਸੀਗਾ। ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਵਿਦੇਸ਼ ਦੀ ਧਰਤੀ ਤੋਂ ਜੇ ਕੋਈ ਪੰਜਾਬ ਦੀ ਧਰਤੀ 'ਤੇ ਵਾਪਸ ਆਉਂਦਾ ਕਿ ਮੈਂ ਆਪਣੀ ਧਰਤੀ ਦੇ ਉੱਪਰ ਹੋ ਰਹੇ ਆਪਣੇ ਲੋਕਾਂ ਦੇ ਘਾਣ ਦੇ ਜਾ ਕੇ ਮੈਂ ਦੇਖਾਂ ਤਾਂ ਸਹੀ ਹਾਲਾਤ ਕੀ ਹੈਗੇ ਆ, ਮੈਂ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਦੇ ਬਾਬਤ ਜਾ ਕੇ ਕੋਈ ਨਾ ਕੋਈ ਗੱਲਬਾਤ ਕਰਾਂ। ਮਾਮਲੇ ਸਾਹਮਣੇ ਆਉਂਦੇ 25,001ਵੀਂ ਲਾਸ਼ ਬਣਾ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ। ਕੀ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੈ? ਮੈਂ ਹੈਰਾਨ ਹੁੰਦਾ ਕਈ ਵਾਰ ਕਿ ਠੀਕ ਹੈ, ਕੋਈ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਸਤੇ ਮੂਹਰੇ ਆ ਸਕਦਾ ਹੈਗਾ, ਕੋਈ ਵੀ ਜ਼ਾਲਮ ਹੋ ਸਕਦਾ ਹੈ ਘਾਣ ਕਰਨ ਦੇ ਵਾਸਤੇ, ਪਰ ਮੈਂ ਇਸ ਗੱਲੋਂ ਹੈਰਾਨ ਹਾਂ ਕਿ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਸਤੇ ਜਿਹੜਾ ਅੱਗੇ ਆਉਂਦਾ ਹੈਗਾ ਉਹ ਵੀ ਪ੍ਰਵਾਨ ਨਹੀਂ ਹੈਗਾ। ਇਹਦਾ ਮਤਲਬ ਕੀ ਕੱਢਿਆ ਜਾਵੇ ਭਲਾ? ਇਹਦਾ ਮਤਲਬ ਇਹ ਕੱਢਿਆ ਜਾ ਸਕਦਾ ਕਿ ਵੈਸੇ ਤਾਂ ਚਾਹੀਦਾ ਇਹ ਹੈਗਾ ਕਿ ਪਤਾ ਨਹੀਂ ਕੌਣ ਹੈਗਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਿਹਾ ਹੈਗਾ, ਵੀ ਸਰਕਾਰ ਨੂੰ ਹੋ ਸਕਦਾ ਨਾ ਪਤਾ ਹੋਵੇ। ਵੀ ਸਰਕਾਰ ਨੂੰ ਤਾਂ ਸਗੋਂ ਚਾਹੀਦਾ ਹੁੰਦਾ, ਫਿਰ ਜੇ ਸਰਕਾਰਾਂ ਇਨਵੋਲਵ ਨਾ ਹੋਣ ਤਾਂ ਸਰਕਾਰਾਂ ਨੂੰ ਚਾਹੀਦਾ ਹੁੰਦਾ ਕਿ ਜਿਹੜਾ ਕੋਈ ਇਨਸਾਨ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਮੈਦਾਨੇ ਜੰਗ ਦੇ ਵਿੱਚ ਨਿੱਤਰਦਾ ਹੈਗਾ ਉਹਦੀ ਰੱਖਿਆ ਕਰਨੀ, ਪਰ ਨਹੀਂ ਹੁੰਦਾ ਇੱਥੇ ਇੱਦਾਂ। ਇਹਦਾ ਮਤਲਬ ਕਿਉਂ ਨਾ ਕੱਢਿਆ ਜਾਵੇ ਕਿ ਸਰਕਾਰਾਂ ਵੀ ਫਿਰ ਇਸ ਗੱਲ ਦੇ ਵਿੱਚ ਇਨਵੋਲਵ ਨੇ ਕਿ ਰੱਜ ਕੇ ਤੁਸੀਂ ਮਨੁੱਖੀ ਹੱਕਾਂ ਦਾ ਘਾਣ ਕਰੋ, ਕੋਈ ਐਡੀ ਗੱਲ ਨਹੀਂ, ਸਾਡੀ ਸੱਤਾ ਕਾਇਮ ਰਹਿਣੀ ਚਾਹੀਦੀ ਹੈ, ਸਾਡੀ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ। ਜਿਹੜੇ ਆਪਣੇ ਹੱਕ ਹਕੂਕਾਂ ਦੀ ਗੱਲ ਕਰਦੇ ਨੇ, ਸਾਡੀ ਕੁਰਸੀ ਵਾਸਤੇ ਖਤਰਾ ਬਣਦੇ ਨੇ, ਉਹਨਾਂ ਦਾ ਤੁਸੀਂ ਘਾਣ ਕਰ ਦਿਓ, ਕੋਈ ਐਡੀ ਗੱਲ ਨਹੀਂ ਹੈਗੀ। ਉਹਨਾਂ ਦੇ ਹੱਕਾਂ ਨੂੰ ਦੱਬ ਦਿਓ, ਉਹਨਾਂ ਦੇ ਹੱਕਾਂ ਨੂੰ ਕੁਚਲ ਕੇ ਰੱਖ ਦਿਓ। ਸਰਕਾਰਾਂ ਵੱਲੋਂ ਕੀ ਉਹਨਾਂ ਲੋਕਾਂ ਦੀ ਪੁਸਤ ਪਨਾਹੀ ਨਹੀਂ ਕੀਤੀ ਗਈ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ? ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ? ਇਸ ਤੋਂ ਇਲਾਵਾ ਤੁਸੀਂ ਦੇਖੋ ਭਾਰਤ ਦੇ ਵਿੱਚ ਇਕੱਲੀ ਸਿੱਖਾਂ ਦੀ ਗੱਲ ਨਹੀਂ ਹੈਗੀ, ਸਿੱਖਾਂ ਤੋਂ ਇਲਾਵਾ ਗੈਰ ਸਿੱਖ ਜਿਹੜੇ ਹੈਗੇ ਨੇ, ਮੁਸਲਮਾਨ ਨੇ ਚਾਹੇ ਈਸਾਈ ਨੇ, ਤੁਸੀਂ ਉਹਨਾਂ ਵੱਲੇ ਨਿਗਾਹ ਮਾਰ ਕੇ ਵੇਖੋ। ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੁੰਦਾ ਹੈ, ਜਿਹੜੇ ਦੋਸ਼ੀ ਸੀਗੇ ਉਹ ਅੱਜ ਕਿੱਥੇ ਬੈਠੇ ਹੋਏ ਨੇ ਤੁਸੀਂ ਸਾਰੇ ਜਣੇ ਜਾਣਦੇ ਹੋ। ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ? ਤੁਸੀਂ ਦੇਖੋ ਇੱਥੇ ਕੀ ਕੁਝ ਵਾਪਰਦਾ ਹੈਗਾ। ਇੱਥੇ ਜੇ ਕੋਈ ਨਮਾਜ਼, ਜੁੰਮੇ ਦੀ ਨਮਾਜ਼ ਪੜ੍ਹਨ ਦੇ ਵਾਸਤੇ ਇੱਕ ਥਾਂ 'ਤੇ ਜੇ ਲੋਕ ਇਕੱਤਰ ਹੁੰਦੇ ਨੇ ਮੁਸਲਮਾਨ ਭਾਈਚਾਰੇ ਦੇ, ਤਾਂ ਦੂਜੀ ਧਿਰ ਦੇ ਲੋਕ ਉੱਥੇ ਆ ਕੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਆ, ਭਾਵ ਕਿ ਉਹਨਾਂ ਨੂੰ ਡਿਸਟਰਬ ਕੀਤਾ ਜਾਂਦਾ ਕਿ ਆਪਾਂ ਇਹਨਾਂ ਨੂੰ ਇੱਥੇ ਜੁੰਮੇ ਦੀ ਨਮਾਜ਼ ਅਦਾ ਨਹੀਂ ਕਰਨ ਦੇਣੀ। ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ? ਜਿਹੜੇ ਇਹ ਘਾਣ ਕਰਨ ਵਾਸਤੇ ਮੂਹਰੇ ਆਉਂਦੇ ਆ ਉਹਨਾਂ ਨੂੰ ਰੋਕਦੇ ਨੇ, ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਡਰਾਉਂਦੇ ਨੇ, ਧਮਕਾਉਂਦੇ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ? ਕਾਰਵਾਈ ਕਰਨ ਵਾਲੇ ਜਦੋਂ ਕਾਰਵਾਈ ਨਹੀਂ ਕਰਦੇ ਤਾਂ ਕੀ ਇਹ ਵੀ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ? ਇਸ ਤੋਂ ਇਲਾਵਾ ਲਿਸਟ ਬੜੀ ਹੀ ਲੰਮੇਰੀ ਹੈ।
ਔਰ ਤੁਸੀਂ ਦੇਖੋ ਉਸ ਤੋਂ ਬਾਅਦ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਜਿਹੜੇ ਕਾਤਲ ਨੇ, ਉਹਨਾਂ ਕਾਤਲਾਂ ਨੂੰ ਸਿਆਸੀ ਪਾਰਟੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਆਪਣੀ ਪਾਰਟੀ ਵੱਲੋਂ ਟਿਕਟ ਦੇ ਕੇ ਨਵਾਜ਼ਦੀਆਂ ਨੇ। ਜਗਦੀਸ਼ ਟਾਈਟਲਰ, ਬਹੁਤ ਉਦਾਹਰਨਾਂ ਨੇ। ਸੱਜਣ ਕੁਮਾਰ ਭਾਵੇਂ ਆ ਜੇਲ੍ਹ ਦੇ ਵਿੱਚ ਹੈਗਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕ ਤੁਹਾਨੂੰ ਨਿਗਾਹ ਮਾਰ ਕੇ ਵੇਖੋ ਮਿਲਣਗੇ ਇੱਦਾਂ ਦੇ, ਜਿਨ੍ਹਾਂ ਨੇ ਕਤਲੇਆਮ ਕੀਤਾ ਭਾਰਤ ਦੀਆਂ ਘੱਟ ਗਿਣਤੀਆਂ ਦਾ, ਚਾਹੇ ਗੁਜਰਾਤ ਵਿੱਚ ਹੋਇਆ, ਚਾਹੇ ਦਿੱਲੀ ਵਿੱਚ ਹੋਇਆ ਸਿੱਖਾਂ ਦਾ, ਚਾਹੇ ਪੰਜਾਬ ਦੇ ਵਿੱਚ ਹੋਇਆ, ਜਾਂ ਕਿਤੇ ਵੀ ਹੁੰਦਾ ਹੈਗਾ, ਨਾਗਾਲੈਂਡ, ਮਿਜ਼ੋਰਮ, ਤਾਮਿਲਨਾਡੂ, ਕਿਤੇ ਵੀ ਹੁੰਦਾ ਹੈਗਾ। ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਤਾਇਆ ਜਾਂਦਾ ਹੈ। ਜਿਤਾਉਣ ਤੋਂ ਬਾਅਦ ਫਿਰ ਉਹ ਸੱਤਾ ਦੀ ਕੁਰਸੀ ਦੇ ਉੱਪਰ ਬਹਿੰਦੇ ਨੇ ਔਰ ਜਿਨ੍ਹਾਂ ਨੇ ਆਮ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਹੈ, ਉਹਨਾਂ ਲੋਕਾਂ ਦੇ ਹੱਕਾਂ ਦਾ ਘਾਣ ਕਰਨ ਵਾਲੇ ਲੋਕ ਉਹਨਾਂ ਦੇ ਉੱਪਰ ਰਾਜ ਕਰਨ ਵਾਸਤੇ ਮੋਹਰੇ ਆਉਂਦੇ ਨੇ। ਆਹ ਹਾਲਾਤ ਨੇ। ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ? ਇਸ ਤੋਂ ਇਲਾਵਾ ਹੋਰ ਬਹੁਤ ਕੁਛ ਇੱਦਾਂ ਦਾ ਹੈਗਾ। ਥਾਣਿਆਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ, ਖਾੜਕੂਵਾਦ ਦਾ ਸਮਾਂ ਲਾ ਲਓ, ਉਸ ਤੋਂ ਬਾਅਦ ਅੱਜ ਵੀ ਤੁਹਾਨੂੰ ਇੱਕਾ ਦੁੱਕਾ ਘਟਨਾਵਾਂ ਇੱਦਾਂ ਦੀਆਂ ਮਿਲਦੀਆਂ ਨੇ ਜਿੱਥੇ ਇਹ ਸਾਰਾ ਕੁਛ ਵਾਪਰਦਾ ਹੈ। ਥਾਣਿਆਂ ਦੇ ਅੰਦਰ ਮਨੁੱਖੀ ਹੱਕਾਂ ਦਾ ਘਾਣ ਕੀ ਨਹੀਂ ਹੁੰਦਾ? ਕੀ ਭਾਰਤ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਹੈ ਕਿ ਥਾਣੇ ਦੇ ਵਿੱਚ ਪੁਲਿਸ ਨੂੰ ਇਸ ਗੱਲ ਦਾ ਹੱਕ ਹੈ ਕਿ ਤੁਸੀਂ ਕਿਸੇ ਦੇ ਉੱਪਰ ਤਸ਼ੱਦਦ ਢਾ ਸਕੋ, ਥਰਡ ਡਿਗਰੀ ਦਾ ਤੁਸੀਂ ਇਸਤੇਮਾਲ ਕਰੋ, ਇਸ ਤਰੀਕੇ ਨਾਲ ਤੁਸੀਂ ਕਿਸੇ ਨੂੰ ਇੰਟੈਰੋਗੇਟ ਕਰੋ? ਕੀ ਭਾਰਤ ਦਾ ਸੰਵਿਧਾਨ, ਭਾਰਤ ਦਾ ਕਾਨੂੰਨ ਇਸ ਗੱਲ ਦੀ ਆਗਿਆ ਦਿੰਦਾ ਹੈ? ਪੁੱਛ ਕੇ ਦੇਖ ਸਕਦਾ ਕੋਈ ਵੀ, ਆਪਣੇ ਆਪ ਨੂੰ ਸਵਾਲ ਕਰ ਸਕਦਾ ਹੈ। ਜਿਹੜੇ ਸਾਡੇ ਪੁਲਿਸ ਵਾਲੇ ਭਰਾ ਹੈਗੇ ਨੇ ਉਹ ਵੀ ਆਪਣੇ ਆਪ ਨੂੰ ਸਵਾਲ ਕਰ ਲੈਣ ਇਹ ਕਿ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ? ਕਾਨੂੰਨ ਕਾਹਦੇ ਵਾਸਤੇ ਨੇ? ਦੇਸ਼ ਦੇ ਵਿੱਚ ਅਦਾਲਤਾਂ ਬਣੀਆਂ ਹੋਈਆਂ ਨੇ, ਉਹ ਕਾਹਦੇ ਵਾਸਤੇ ਨੇ? ਕੀ ਉਹਨਾਂ ਨੂੰ ਤਾਲਾ ਲਗਾ ਦਿੱਤਾ ਜਾਵੇ ਫਿਰ ਭਲਾ? ਮਨੁੱਖੀ ਹੱਕਾਂ ਦਾ ਘਾਣ ਜੇ ਅੱਜ ਅਸੀਂ ਕਰ ਰਹੇ ਹਾਂ ਕਿਸੇ ਦੇ ਹੱਕਾਂ ਦਾ ਘਾਣ, ਤੇ ਕੱਲ੍ਹ ਨੂੰ ਸਾਡੀ ਵੀ ਵਾਰੀ ਆਊਗੀ। ਕੋਈ ਐਡੀ ਗੱਲ ਨਹੀਂ ਹੈਗੀ, ਦੇਰ ਹੈ ਹਨੇਰ ਨਹੀਂ ਹੈਗਾ। ਜਿੱਦਾਂ ਕਈ ਵਾਰ ਇਹ ਗੱਲ ਕਹੀ ਜਾਂਦੀ ਹੈ ਨਾ, ਉਸ ਰੱਬ ਦੇ ਘਰ ਉਹ ਉੱਥੇ ਵੀ ਜਾ ਕੇ ਤਾਂ ਮੂੰਹ ਵਿਖਾਉਣਾ ਨਾ, ਜਿਹੜੇ ਰੱਬ ਦੀ ਹੋਣ ਤੋਂ ਮੁਨਕਰ ਵਾ, ਉਹ ਨਹੀਂ ਆਹ ਜੱਗ ਮਿੱਠਾ ਤੇ ਅੱਗਾ ਕਹਿਣ ਡਿੱਠਾ। ਉਹਨਾਂ ਨੂੰ ਵੀ ਮੈਂ ਇੱਕ ਸਵਾਲ ਕਰਨਾ ਚਾਹੁੰਦਾ, ਆਪਣੇ ਆਪ ਨੂੰ ਪੁੱਛ ਕੇ ਵੇਖੋ, ਆਪਣੇ ਆਪ ਨੂੰ ਸਵਾਲ ਕਰਕੇ ਵੇਖ ਲਓ। ਕਈ ਵਾਰ ਬੰਦਾ ਨਾ ਜੇ ਆਪਣੇ ਆਪ ਨੂੰ ਸਵਾਲ ਕਰੇ ਤਾਂ ਉਹ ਵੀ ਇੱਕ ਸ਼ੀਸ਼ਾ ਹੁੰਦਾ ਹੈ। ਆਪਣਾ ਅਕਸ ਉਸ ਸ਼ੀਸ਼ੇ ਦੇ ਵਿੱਚੋਂ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ। ਆਪਣੇ ਆਪ ਨੂੰ ਪੁੱਛ ਕੇ ਵੇਖਿਆ ਜਾ ਸਕਦਾ ਹੈ। ਕੋਈ ਵੀ ਜਿਹੜਾ ਹੈਗਾ ਕਿਸੇ ਦੀ ਵੀ ਹੱਕਾਂ ਦਾ ਘਾਣ ਕਰਦਾ ਹੈ, ਉਹ ਦੂਜਿਆਂ ਵੱਲੇ ਵੇਖਣਾ ਛੱਡ ਕੇ ਇੱਕ ਵਾਰ ਆਪਣੇ ਵੱਲੇ ਝਾਕ ਕੇ ਵੇਖੇ ਕਿ ਕੀ ਅਸੀਂ ਜਾਂ ਮੈਂ ਜਾਂ ਸਾਡੇ ਲੋਕਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਹੈ ਜਾਂ ਨਹੀਂ। ਕੀ ਮੈਂ ਜ਼ਿੰਮੇਵਾਰ ਹਾਂ ਜਾਂ ਨਹੀਂ? ਜੇ ਜ਼ਿੰਮੇਵਾਰ ਹਾਂ ਤਾਂ ਸਾਹਮਣੇ ਆ ਜਾਓ, ਕਹਿ ਦਿਓ ਸਾਨੂੰ ਨਹੀਂ ਚਾਹੀਦੀਆਂ ਪੈਨਸ਼ਨਾਂ। ਅਸੀਂ ਖੁੱਲ੍ਹ ਕੇ ਕਹਿਣ ਨੂੰ ਤਿਆਰ ਹਾਂ ਕਿ ਸਾਡੇ ਕੋਲ ਬੜੀਆਂ ਵੱਡੀਆਂ ਗਲਤੀਆਂ ਹੋਈਆਂ ਨੇ। ਕਹਿ ਦਿਓ ਆ ਕੇ, ਹਿੰਮਤ ਕਰ ਲਓ, ਜ਼ਿੰਦਗੀ ਸਫਲ ਹੋ ਜਾਊਗੀ। ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਸੀਗਾ ਜੋ ਕੁਛ ਥਾਣਿਆਂ ਦੇ ਵਿੱਚ ਹੋਇਆ? ਮੌਤਾਂ ਹੋ ਗਈਆਂ ਕਿੰਨੀਆਂ ਹੀ, ਪੱਟ ਚੀਰ ਕੇ ਤੇ ਉੱਥੇ ਮਿਰਚਾਂ ਭਰ ਦਿੱਤੀਆਂ ਗਈਆਂ। ਆ ਸਾਰਾ ਕੁਛ ਵਾਪਰਿਆ ਥਾਣਿਆਂ ਦੇ ਵਿੱਚ। ਕਿੰਨੀਆਂ ਬੇਗੁਨਾਹ ਜਿਹੜੇ ਸੀਗੇ ਬੀਬੀਆਂ, ਬੱਚੇ, ਬਜ਼ੁਰਗ, ਉਹਨਾਂ ਦੀਆਂ ਮੌਤਾਂ ਹੋਈਆਂ ਥਾਣਿਆਂ ਦੇ ਵਿੱਚ। ਕੌਣ ਜ਼ਿੰਮੇਵਾਰ ਹੈ ਭਲਾ? ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕੋਈ ਸੰਗਠਨ ਮੂਹਰੇ ਆਏ ਜੀ, ਕਹਿਣ ਨੂੰ ਆਏ ਮੂਹਰੇ, ਪਰ ਕੀ ਉਹ ਕਿਸੇ ਪਾਰ ਪੱਤਣ ਲੱਗ ਸਕੇ? ਇੱਕਾ ਦੁੱਕਾ ਮਾਮਲੇ ਜ਼ਰੂਰ ਹੈਗੇ ਆ ਜਿਨ੍ਹਾਂ ਮਾਮਲਿਆਂ ਵਿੱਚ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਜਾਂ ਉਹਨਾਂ ਦੇ ਵਿਰੁੱਧ ਮੁਕੱਦਮੇ ਚੱਲਦੇ ਪਏ ਆ। ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ, ਜਿਹੜੇ ਮੇਨ ਵੱਡੇ ਮਗਰਮੱਛ ਨੇ ਉਹ ਅੱਜ ਵੀ ਹੀਰੋ ਹੀ ਮੰਨੇ ਜਾਂਦੇ ਨੇ ਔਰ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ ਸਰਕਾਰੀ ਪੱਧਰ ਦੇ ਉੱਪਰ। ਇਹ ਹਾਲਾਤ ਨੇ ਭਾਰਤ ਦੇ ਅੰਦਰ ਮਨੁੱਖੀ ਅਧਿਕਾਰ ਸੰਗਠਨਾਂ ਦੇ। ਤੁਸੀਂ ਉਸ ਤੋਂ ਇਲਾਵਾ ਹੋਰ ਆ ਜਾਓ, ਆ ਤਾਜ਼ੀ ਗੱਲ ਕਰ ਲੈਂਦੇ ਆਪਾਂ। ਜਿਹੜੇ ਭਾਰਤ ਦੀ ਸਰਕਾਰ ਦੇ ਵੱਲੋਂ 3 ਕਾਲੇ ਕਾਨੂੰਨ ਧੱਕੇ ਨਾਲ ਕਿਸਾਨਾਂ ਦੇ ਉੱਪਰ ਥੋਪੇ ਜਾਂਦੇ ਨੇ, ਕੀ ਇਹ ਤੁਹਾਨੂੰ ਲੱਗਦਾ ਨਹੀਂ ਕਿ ਮਨੁੱਖੀ ਹੱਕਾਂ ਦਾ ਘਾਣ ਹੈ? ਭਾਵੇਂ ਕਿ ਆਖਿਆ ਜਾਂਦਾ ਕਿ ਨਹੀਂ ਤੁਹਾਡੇ ਫਾਇਦੇ ਵਾਸਤੇ ਹੈ, ਪਰ ਤੁਸੀਂ ਦੇਖੋ ਤੁਹਾਨੂੰ ਇਹ ਆਪਣੇ ਹੱਕ ਹਕੂਕ ਜਿਹੜੇ ਉਹ ਦੁਬਾਰਾ ਬਹਾਲ ਕਰਾਉਣ ਦੇ ਵਾਸਤੇ ਕਿੰਨਾ ਲੰਬਾ ਸੰਘਰਸ਼ ਕਰਨਾ ਪਿਆ, ਕਿੰਨਾ ਜ਼ੋਰਦਾਰ ਸੰਘਰਸ਼ ਕਰਨਾ ਪਿਆ, ਕਿੰਨੀ ਵੱਡੀ ਪੱਧਰ ਦੇ ਉੱਪਰ ਕਿੰਨਾ ਪੈਸਾ ਤੁਹਾਨੂੰ ਖਰਚ ਕਰਨਾ ਪਿਆ, ਕਿੰਨੀ ਐਨਰਜੀ ਵੇਸਟ ਕਰਨੀ ਪਈ ਆ। ਤੁਸੀਂ ਹਿਸਾਬ ਲਾ ਕੇ ਵੇਖੋ, ਤਦ ਜਾ ਕੇ ਕਿਤੇ ਇਹ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਹੋਇਆ ਤੇ ਤਦ ਜਾ ਕੇ ਕਿਤੇ ਇਹ ਕਾਲੇ ਕਾਨੂੰਨ ਉਹਨਾਂ ਨੇ ਫਿਰ ਵਾਪਸ ਲਏ ਆ ਔਰ ਉਹਦੀ ਵੀ ਕੋਈ ਪੱਕੀ ਗਾਰੰਟੀ ਨਹੀਂ ਹੈਗੀ ਕਿ ਦੁਬਾਰਾ ਫਿਰ ਅਗਲੇ ਲਾਗੂ ਨਾ ਕਰ ਦੇਣ ਕਿਤੇ। ਭਾਵੇਂ ਕਿ ਸਾਡੇ ਆਗੂ ਕਹਿੰਦੇ ਕਿ ਠੀਕ ਹੈ ਜੀ ਦੁਬਾਰਾ ਕਰ ਦੇਣਗੇ, ਅਸੀਂ ਦੁਬਾਰਾ ਫਿਰ ਲੜਨ ਵਾਸਤੇ ਤਿਆਰ ਹਾਂ। ਉਹ ਲੜਦੇ ਹੀ ਰਹੋਗੇ ਭਲਾ ਸਾਰੀ ਉਮਰ। ਹੱਲ ਕੀ ਹੈਗਾ ਪੱਕੇ ਤੌਰ ਦੇ ਉੱਪਰ, ਸਰੀਬੀ ਤੌਰ ਦੇ ਉੱਪਰ? ਖੈਰ, ਆਪਾਂ ਮਨੁੱਖੀ ਹੱਕਾਂ ਦੀ ਗੱਲ ਕਰ ਰਹੇ ਹਾਂ। ਮਨੁੱਖੀ ਹੱਕਾਂ ਦਾ ਮਨੁੱਖੀ ਅਧਿਕਾਰਾਂ ਦਾ ਘਾਣ ਹਕੂਮਤਾਂ ਸਰਕਾਰੀ ਪੱਧਰ ਦੇ ਉੱਪਰ ਜਦੋਂ ਹੁੰਦਾ ਤੇ ਆਮ ਲੋਕਾਂ ਨੂੰ ਸਾਲ ਤੋਂ ਵੱਧ ਦਾ ਸਮਾਂ ਸੰਘਰਸ਼ ਕਰਨਾ ਪੈਂਦਾ। ਆ ਚਲੋ 1 ਸਾਲ ਦੀ ਗੱਲ ਹੋ ਗਈ, ਆਪਾਂ ਸਾਲਾਂ ਬੱਧੀਆਂ ਦੀ ਗੱਲ ਕਰ ਲੈਂਦੇ ਹਾਂ। ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਇਹਨਾਂ ਦੇ ਮੁਤਾਬਕ ਅੱਤਵਾਦੀ ਨੇ, ਪਰ ਉਹਨਾਂ ਵਿੱਚੋਂ ਬਹੁਤ ਸਾਰੇ ਸਿੰਘ ਜਿਨ੍ਹਾਂ ਨੂੰ ਸਿੱਖ ਕੌਮ ਆਪਣੀ ਹੀਰੋ ਮੰਨਦੀ ਹੈ, ਸੂਰਬੀਰ ਬਹਾਦਰ ਯੋਧੇ ਮੰਨਦੀ ਹੈ, ਇਹਨਾਂ ਦੇ ਮੁਤਾਬਕ ਅੱਤਵਾਦੀ ਨੇ। ਚਾਹੇ ਚਲੋ ਜਿੱਦਾਂ ਵੀ ਹੈਗਾ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੀ। ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ? ਆਪਾਂ ਭਾਰਤ ਦੇ ਅੰਦਰ
ਮਨੁੱਖੀ ਅਧਿਕਾਰ ਦਿਵਸ ਦੇ ਉੱਪਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਪਏ ਹਾਂ ਔਰ ਕਿੰਨੇ ਵਰ੍ਹਿਆਂ ਤੋਂ ਲਗਾਤਾਰ ਸੰਘਰਸ਼ ਕਰਨਾ ਪਿਆ ਬਾਪੂ ਸੂਰਤ ਸਿੰਘ ਭੁੱਖ ਹੜਤਾਲ 'ਤੇ। ਕੀ ਸੰਘਰਸ਼ ਨੇਪਰੇ ਚੜ੍ਹਿਆ? ਕੀ ਸੰਘਰਸ਼ ਉਹ ਨੇਪਰੇ ਚੜ੍ਹਿਆ? ਮਤਲਬ ਸਾਡੇ ਸਾਰਾ ਕੁਝ ਸਾਹਮਣੇ ਹੈਗਾ ਆ। ਮਤਲਬ ਕਿੰਨੇ ਲੰਬੇ ਸੰਘਰਸ਼, ਧਰਨੇ, ਮੁਜ਼ਾਹਰੇ, ਕਿੰਨੀ ਜ਼ਿਆਦਾ ਵੱਡੀ ਪੱਧਰ ਦੇ ਉੱਪਰ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਤਦ ਵੀ ਮਨੁੱਖੀ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ, ਆਪਣੇ ਮਨੁੱਖੀ ਅਧਿਕਾਰ ਬਹਾਲ ਕਰਾਉਣ ਦੇ ਵਾਸਤੇ ਵੱਡੀ ਜਦੋਜਹਿਦ ਕਰਨ ਦੇ ਬਾਵਜੂਦ ਵੀ ਕਰਵਾ ਨਹੀਂ ਪਾ ਰਹੇ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੇ ਲੋਕ ਭਾਰਤ ਦੇ ਅੰਦਰ ਰਹਿ ਕੇ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਇੱਥੋਂ ਦੀਆਂ ਹਕੂਮਤਾਂ ਦੇ ਬਾਬਤ ਵੀ ਉਹ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਕਿੰਨਾ ਕੁ ਸਤਰਕ ਨੇ, ਕਿੰਨਾ ਕੁ ਸੁਚੇਤ ਨੇ, ਜਾਂ ਉਹਨਾਂ ਦੇ ਅੰਦਰ ਕਿੰਨੀ ਕੁ ਇਮਾਨਦਾਰੀ ਹੈ ਇਸ ਗੱਲ ਦੀ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਲੋਕਾਂ ਦੇ ਮਨੁੱਖੀ ਹੱਕਾਂ ਦਾ ਖਿਆਲ ਰੱਖਣਾ ਹੈਗਾ। ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਹੋਰ ਆ ਜਾਓ ਅੱਗੇ। ਮੇਰੇ ਹੱਥ ਦੇ ਵਿੱਚ ਇੱਕ ਕਿਤਾਬ ਆ, ਮੈਂ ਤੁਹਾਨੂੰ ਕੁਦਰਤੀ ਮੇਰੇ ਮੂਹਰੇ ਆ ਗਈ, ਉਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਬਲਾਤਕਾਰੀ ਪੁਲਿਸ ਫੋਰਸਾਂ, ਜੇ ਤੁਸੀਂ ਇੱਦਾਂ ਦੂਰੋਂ ਦੇਖ ਸਕਦੇ ਹੋ, ਬਲਾਤਕਾਰੀ ਪੁਲਿਸ ਫੋਰਸਾਂ, ਸਰਦਾਰ ਬਲਜੀਤ ਸਿੰਘ ਖਾਲਸਾ ਉਹਨਾਂ ਵੱਲੋਂ ਲਿਖੀ ਹੋਈ ਕਿਤਾਬ ਹੈ। ਸੰਪਾਦਕ ਉਹ ਨੇ ਔਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹਦੇ ਥੱਲੇ ਜਿਹੜਾ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਇੰਡੀਅਨ ਆਰਮੀ ਰੇਪ ਅਸ, ਇਹ ਭਾਰਤ ਦੇ ਅੰਦਰ ਮਨੁੱਖੀ ਹੱਕਾਂ ਦਾ ਘਾਣ। ਜੇ ਤੁਸੀਂ ਦੂਰੋਂ ਨਹੀਂ ਦੇਖ ਪਾ ਰਹੇ ਮੈਂ ਤੁਹਾਨੂੰ ਦੱਸ ਦਿੰਦਾ, ਆਹ ਜਿਹੜੀ ਥੱਲੇ ਫੋਟੋ ਹੈਗੀ ਹੈ ਜੀ, ਮਤਲਬ ਬਿਲਕੁਲ ਨਿਰਵਸਤਰ ਹੋ ਕੇ ਔਰਤਾਂ ਨੇ ਆਪਣੇ ਹੱਥ ਦੇ ਵਿੱਚ ਇੱਕ ਬੈਨਰ ਫੜਿਆ ਹੋਇਆ, ਉਸ ਬੈਨਰ ਦੇ ਉੱਪਰ ਲਿਖਿਆ ਹੋਇਆ ਇੰਡੀਅਨ ਆਰਮੀ ਰੇਪ ਅਸ, ਬਲਾਤਕਾਰੀ ਪੁਲਿਸ ਫੋਰਸਾਂ। ਟਾਈਟਲ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਕਿਤਾਬ ਦੇ ਵਿੱਚ ਕੀ ਹੋਊਗਾ। ਜਿਨ੍ਹਾਂ ਨੇ ਰਾਖੀ ਕਰਨੀ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੇ ਮੁਲਕ ਦੇ ਲੋਕਾਂ ਦੀ ਰੱਖਿਆ ਕਰਨੀ ਹੈ, ਇੱਥੋਂ ਦੀਆਂ ਪੁਲਿਸ ਫੋਰਸਾਂ, ਆਰਮੀ ਤੋਂ ਲੈ ਕੇ ਤੇ ਹੋਰ ਸਾਰੇ, ਉਹਨਾਂ ਦੇ ਵੱਲੋਂ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੇ ਨਾਲ ਜਾਂ ਜਿਹੜੇ ਲੋਕ ਆਪਣੇ ਹੱਕ ਹਕੂਕਾਂ ਦੀ ਖਾਤਰ ਸੰਘਰਸ਼ ਕਰ ਰਹੇ ਸੀਗੇ ਜਾਂ ਹਨ, ਉਹਨਾਂ ਦੇ ਨਾਲ ਬਲਾਤਕਾਰ ਕੀਤੇ ਗਏ ਇੱਥੋਂ ਦੀਆਂ ਫੋਰਸਾਂ ਦੇ ਵੱਲੋਂ, ਉਹ ਸਾਰੀਆਂ ਕਹਾਣੀਆਂ, ਉਹਨਾਂ ਵਿੱਚ ਕਿੰਨੀਆਂ ਕਹਾਣੀਆਂ ਜਿਹੜੀਆਂ ਇਸ ਕਿਤਾਬ ਦੇ ਵਿੱਚ ਤੁਹਾਨੂੰ ਮਿਲਣਗੀਆਂ ਔਰ ਕਿੰਨੀਆਂ ਕਹਾਣੀਆਂ ਇੱਦਾਂ ਦੀਆਂ ਨੇ ਜਿਹੜੀਆਂ ਇੱਦਾਂ ਦੀਆਂ ਕਿਤਾਬਾਂ ਦੇ ਵਿੱਚ ਨਹੀਂ ਆ ਸਕੀਆਂ। ਸੋ ਇਹ ਬਲਾਤਕਾਰੀ ਪੁਲਿਸ ਫੋਰਸਾਂ ਅਤੇ ਇਸ ਕਿਸਮ ਦੀਆਂ ਹੋਰ ਬਹੁਤ ਸਾਰੀਆਂ ਕਿਤਾਬਾਂ ਭਾਰਤ ਦੇ ਅੰਦਰ ਮਨੁੱਖੀ ਅਧਿਕਾਰਾਂ ਦਾ ਜਿਹੜਾ ਮੂੰਹ ਚੜਾਉਂਦੀਆਂ ਹੋਈਆਂ ਤੁਹਾਨੂੰ ਮਿਲਣਗੀਆਂ। ਇੱਦਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਇੱਦਾਂ ਦੀਆਂ। ਹੋਰ ਆ ਜਾਓ ਅੱਗੇ ਜੀ। ਪੱਤਰਕਾਰ, ਰਾਈਟ ਟੂ ਸਪੀਚ, ਬੋਲਣ ਦਾ ਅਧਿਕਾਰ ਹੈ, ਮਨੁੱਖੀ ਅਧਿਕਾਰ ਹੈ, ਮਨੁੱਖ ਨੂੰ ਬੋਲਣ ਦਾ ਅਧਿਕਾਰ ਹੈ ਬੜੀ ਸੱਭਿਅਕ ਭਾਸ਼ਾ ਦੇ ਵਿੱਚ। ਮੈਂ ਸੱਭਿਅਕ ਭਾਸ਼ਾ ਦੇ ਵਿੱਚ ਗੱਲਬਾਤ ਕਰ ਰਿਹਾ। ਮੈਂ ਜਿਹੜੀਆਂ ਗੱਲਾਂ ਕਰਕੇ ਹਟਿਆ ਇਹ ਕੋਈ ਆਪਣੇ ਕੋਲੋਂ ਬਣਾ ਕੇ ਨਹੀਂ ਕਰ ਰਹੇ ਹਾਂ, ਇੱਥੋਂ ਦੇ ਲੋਕਾਂ ਨੇ ਆਪਣੇ ਪਿੰਡ ਦੇ ਉੱਪਰ ਹੰਢਾਇਆ ਹੋਇਆ ਸਾਰਾ ਕੁਝ, ਉਹ ਮੈਂ ਗੱਲਾਂ ਕਰ ਰਿਹਾ। ਮੈਂ ਬੇਨਤੀ ਕਰਾਂ, ਔਰ ਰਾਈਟ ਟੂ ਸਪੀਚ ਜਿਹੜਾ ਹੈਗਾ, ਇੱਕ ਪੱਤਰਕਾਰ ਨੂੰ ਗੱਲ ਕਰਨ ਦਾ ਹੱਕ ਹੈ, ਇੱਕ ਪੱਤਰਕਾਰ ਨੂੰ ਸਵਾਲ ਚੁੱਕਣ ਦਾ ਹੱਕ ਹੈ। ਪੱਤਰਕਾਰ ਆਮ ਲੋਕਾਂ ਦੀ ਆਵਾਜ਼ ਹੁੰਦਾ ਹੈ। ਭਾਰਤ ਦੇ 40 ਪੱਤਰਕਾਰ, ਪੂਰੇ ਭਾਰਤ ਦੇ 40 ਪੱਤਰਕਾਰ, ਉਹਨਾਂ ਨੂੰ ਪੈਗਾਸਸ ਇੱਕ ਸੌਫਟਵੇਅਰ ਆ, ਉਹਦੇ ਰਾਹੀਂ ਭਾਰਤ ਦੀ ਸਰਕਾਰ ਜਸੂਸੀ ਕਰਵਾਉਂਦੀ ਹੈ ਉਹਨਾਂ ਪੱਤਰਕਾਰਾਂ ਦੀ। ਕਿਉਂ ਕਰਵਾਉਂਦੀ ਹੈ ਭਲਾ ਜੀ? ਇਹ ਪੱਤਰਕਾਰ ਹੱਕ, ਸੱਚ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ, ਮਨੁੱਖੀ ਹੱਕਾਂ ਦੀ ਗੱਲ ਕਰਦੇ ਨੇ, ਸਰਕਾਰਾਂ ਵੱਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਦਾ ਡਟ ਕੇ ਵਿਰੋਧ ਕਰਦੇ ਨੇ, ਬੋਲਦੇ ਨੇ ਖੁੱਲ੍ਹ ਕੇ। ਮੁੱਖ ਦੀ ਗੱਲ ਇਹ ਹੈ, ਔਰ ਜਿਹੜਾ ਬੋਲਣਾ ਹੈਗਾ ਉਹ ਉਹਨਾਂ ਨੂੰ ਪਸੰਦ ਨਹੀਂ ਹੈ। ਭਾਰਤ ਦੇ 40 ਪੱਤਰਕਾਰ, ਜਿਹਦੇ ਵਿੱਚੋਂ ਪੰਜਾਬ ਦੇ 2, ਇੱਕ ਮੈਂ ਹੋ ਗਿਆ ਤੇ ਇੱਕ ਸਰਦਾਰ ਜਸਪਾਲ ਸਿੰਘ ਹੇਰਾਂ। ਮੈਂ ਇਸ ਗੱਲੋਂ ਵੀ ਹੈਰਾਨ ਹੈਗਾ ਕਿ ਪੱਤਰਕਾਰ ਤੱਕ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਇੱਕ ਬੰਦੇ ਦੀ ਜਸੂਸੀ ਕਰਵਾਉਣ ਦੇ ਵਾਸਤੇ 1 ਕਰੋੜ ਤੇ 25 ਲੱਖ ਰੁਪਈਆ, ਜੋ ਮੈਨੂੰ ਪਤਾ ਲੱਗਾ ਉਹ ਲੱਗਦਾ। ਮਤਲਬ ਇੱਕ ਮੇਰੇ ਵਰਗੇ ਨਾਚੀਜ਼ ਬੰਦੇ ਦੇ ਉੱਪਰ 1 ਕਰੋੜ 25 ਲੱਖ ਰੁਪਇਆ ਖਰਚ ਕਰਦੀ ਹੈ ਹਕੂਮਤ। ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਕੂਮਤ ਨੂੰ, ਜਿੱਥੇ ਤੁਸੀਂ ਇੱਦਾਂ ਪੈਸਾ ਖਰਚਦੇ ਹੋ, ਤੁਸੀਂ ਆਪਣੇ ਮੁਲਕ ਦੇ ਵਿੱਚ ਮਨੁੱਖੀ ਹੱਕਾਂ ਦੀ ਪਹਿਰੇਦਾਰੀ ਕਰਨ ਵਾਸਤੇ ਜਦੋਜਹਿਦ ਕਰੋ ਨਾ। ਜਿਹੜੇ ਆਪਣੇ ਦੇਸ਼ ਦੇ ਗਰੀਬ ਲੋਕ ਨੇ, ਲੋੜਵੰਦ ਲੋਕ ਨੇ, ਉਹਨਾਂ ਦੇ ਮੂੰਹ ਵਿੱਚ ਰੋਟੀ ਪਾਉਣ ਦਾ ਕੋਈ ਬੰਦੋਬਸਤ ਕਰੋ ਨਾ। ਆ ਸੜਕਾਂ ਦੇ ਉੱਪਰ ਆਏ ਦਿਨ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈਗਾ ਤੇ ਹੋਰ ਕੀ ਹੈਗਾ? ਇਹ ਕਿਹਾ ਜਾਂਦਾ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਬਚਾ ਲਿਆ ਲੋਕਾਂ ਨੇ, ਹੁਣ ਪਿਆਰ ਕਰਦੇ ਬੇਟੀਆਂ ਦੇ ਨਾਲ। ਹੁਣ ਤਾਂ ਨਹੀਂ ਕੋਈ ਮਾਰਦਾ ਇੱਦਾਂ ਨਾ, ਆਮ ਕਰਕੇ ਜ਼ਿਆਦਾਤਰ ਹੁਣ ਕੋਈ ਨਹੀਂ ਮਾਰਦਾ ਬੇਟੀਆਂ ਨੂੰ। ਬੜੇ ਚਾਵਾਂ ਤੇ ਲਾਡਾਂ ਨਾਲ ਮਾਪੇ ਪਾਲਦੇ ਆ ਬੱਚੀਆਂ ਨੂੰ। ਔਰ ਉਸ ਤੋਂ ਬਾਅਦ ਬੇਟੀ ਬਚਾਈ ਆ ਲੋਕਾਂ ਨੇ, ਸਰਕਾਰ ਤੁਹਾਡੇ ਕਹਿਣ 'ਤੇ। ਉਸ ਤੋਂ ਬਾਅਦ ਪੜ੍ਹਾਇਆ ਲੋਕਾਂ ਨੇ ਤੁਹਾਡੇ ਕਹਿਣ ਦੇ ਉੱਪਰ ਕਿ ਅਸੀਂ ਪੜ੍ਹਾਉਂਦੇ ਹਾਂ ਬੇਟੀ ਨੂੰ। ਉਸ ਤੋਂ ਬਾਅਦ ਨੌਕਰੀ ਲੈਣ ਵਾਸਤੇ ਸੜਕਾਂ ਦੇ ਉੱਪਰ ਚੁੰਨੀਆਂ ਰੁਲਦੀਆਂ ਨੇ, ਪੱਗਾਂ ਰੁਲਦੀਆਂ ਨੇ। ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ? ਤੁਸੀਂ ਆਪਣੇ ਮੁਲਕ ਦੇ ਉਹਨਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੇ ਵਿੱਚ ਨਾਕਾਮਯਾਬ ਰਹੇ ਹੋ। ਇਹ ਸਰਕਾਰਾਂ ਦਾ ਫੇਲੀਅਰ ਹੈ। ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈਗਾ? ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈਗਾ ਆ। ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ ਤਾਂ ਹੋਰ ਕੀ ਹੈਗਾ ਭਲਾ? ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਮੈਂ ਗੱਲ ਕਰ ਹਟਿਆ। ਲਿਸਟ ਬੜੀ ਜ਼ਿਆਦਾ ਲੰਮੇਰੀ ਹੈ। ਉਸ ਤੋਂ ਇਲਾਵਾ
ਮੈਂ ਇੱਕ ਹੋਰ ਗੱਲ ਕੀਤੀ ਸੀਗੀ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੂੰਗਾ। ਇਹ ਤਾਂ ਹੋ ਗਿਆ ਸਰਕਾਰੀ ਪੱਧਰ ਦੇ ਉੱਪਰ ਸਰਕਾਰਾਂ ਵੱਲੋਂ। ਇਹ ਜਿਹੜੀ ਮੈਂ ਗੱਲ ਕਰਕੇ ਹਟਿਆ, ਜਿੰਨੇ ਵੀ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ, ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ ਜਿਹੜੀਆਂ ਇਹ ਮੈਂ ਕੁਝ ਕੁ ਗੱਲਾਂ ਇਹ ਤਾਂ ਕੁਝ ਵੀ ਨਹੀਂ ਹੈਗੀਆਂ, ਮੈਂ ਕਹਿੰਦਾ ਕੁਝ ਵੀ ਨਹੀਂ ਹੈਗੀਆਂ, ਵੱਡੀਆਂ ਗੱਲਾਂ ਨੇ, ਵੱਡੀ ਲਿਸਟ ਹੈਗੀ ਆ, ਤੁਹਾਡੇ ਕੋਲ ਵੀ ਜ਼ਰੂਰ ਹੋਊਗੀ। ਤੁਸੀਂ ਵੀ ਕੋਈ ਨਾ ਕੋਈ ਇੱਕ ਦੋ ਗੱਲਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ, ਜਿੱਥੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਆਸੇ-ਪਾਸੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਹੋਵੇ, ਸਰਕਾਰੀ ਪੱਧਰ ਦੇ ਉੱਪਰ ਹੋਇਆ ਹੋਵੇ, ਔਰ ਸਰਕਾਰ ਨੇ ਆਪਣੇ ਮੁਲਕ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਕੁਤਾਹੀ ਵਰਤੀ ਹੋਵੇ ਬਕਾਇਦਾ। ਹੁਣ ਗੱਲ ਇਹ ਆ ਵੀ ਜੇ ਸਰਕਾਰਾਂ ਖੁਦ ਹੀ ਨਾਲ ਰਲੀਆਂ ਹੋਈਆਂ ਹੋਣ, ਜੇ ਸਰਕਾਰਾਂ ਨੇ, ਤੁਸੀਂ ਵੇਖੋ ਕਿੰਨੇ ਇੱਦਾਂ ਦੇ ਪੁਲਿਸ ਆਫੀਸਰ ਤੁਹਾਨੂੰ ਮਿਲਣਗੇ, ਕਿੱਡੇ ਤੁਹਾਨੂੰ ਇੱਦਾਂ ਦੇ ਮੰਤਰੀ ਸੰਤਰੀ ਮਿਲਣਗੇ ਜਿਨ੍ਹਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਔਰ ਹਕੂਮਤਾਂ ਨੇ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਹੈ, ਉਲਟਾ ਪੁਸ਼ਤ ਪਨਾਹੀ ਕੀਤੀ ਹੈ। ਫਿਰ ਹੁਣ ਜਿਹੜੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਚਾਹੁੰਦੇ ਨੇ ਕਿ ਮਨੁੱਖੀ ਹੱਕ ਬਹਾਲ ਹੋਣ, ਜਦੋਂ ਉਹ ਜਦੋਜਹਿਦ ਕਰਦੇ ਆ, ਜਦੋਂ ਉਹਦੇ ਲਈ ਸੰਘਰਸ਼ ਕਰਦੇ ਆ, ਤਾਂ ਉਲਟਾ ਉਹਨਾਂ ਨੂੰ ਇਹ ਕਹਿ ਕੇ ਪ੍ਰਚਾਰਿਆ ਜਾਂਦਾ ਵੀ ਇਹ ਬੰਦੇ ਨਾ ਟਿਕਣ ਨਹੀਂ ਦਿੰਦੇ, ਸਮਾਜ ਦਾ ਮਾਹੌਲ ਖਰਾਬ ਕਰਦੇ ਆ। ਉਹਨਾਂ ਨੂੰ ਇਸ ਗੱਲ ਦੇ ਲਈ ਮਜਬੂਰ ਕਰ ਦਿੱਤਾ ਜਾਂਦਾ ਫਿਰ ਕਿ ਉਹ ਆਪਣੇ ਹੱਥਾਂ ਦੇ ਵਿੱਚ ਹਥਿਆਰ ਚੁੱਕ ਲੈਣ। ਜਦੋਂ ਹਥਿਆਰ ਚੁੱਕ ਲੈਂਦੇ ਆ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਮੌਕਾ ਮਿਲ ਜਾਂਦਾ, ਮੀਡੀਆ ਵੀ ਉਹਨਾਂ ਦੇ ਕੰਟਰੋਲ ਦੇ ਵਿੱਚ ਆ, ਉਹ ਕਹਿੰਦੇ ਦੇਖੋ ਜੀ ਇਹ ਆਤੰਕੀ ਹੈ। ਉਹਨਾਂ ਨੂੰ ਆਤੰਕਵਾਦੀ ਕਿਹਨੇ ਬਣਾਇਆ ਭਲਾ? ਆਮ ਲੋਕਾਂ ਨੂੰ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਜ਼ਰੂਰਤ ਹੈ। ਜਦੋਂ ਮਨੁੱਖੀ ਹੱਕਾਂ ਦਾ ਘਾਣ ਹੋਊਗਾ, ਉਦੋਂ ਫਿਰ ਜਿਹਨਾਂ ਲੋਕਾਂ ਨੂੰ ਦਬਾਇਆ ਜਾਂਦਾ ਹੈਗਾ, ਇੱਦਾਂ ਕੋਈ ਨਹੀਂ ਦੱਬਦਾ ਹੁੰਦਾ ਹੈਗਾ, ਜਾਗਦੀਆਂ ਜ਼ਮੀਰਾਂ ਵਾਲੇ ਦੱਬਦੇ ਨਹੀਂ ਹੁੰਦੇ ਹੈਗੇ। ਸੋ ਇਸ ਤਰੀਕੇ ਦੇ ਨਾਲ ਸਾਰੀ ਖੇਡ ਜਿਹੜੀ ਆ ਉਹ ਖੇਡੀ ਜਾ ਰਹੀ ਹੈ ਕਿ ਇਹ ਭਾਰਤ ਦਾ ਆਜ਼ਾਦ ਹੋਣਾ, ਕੀ ਇਹਨੂੰ ਆਜ਼ਾਦੀ ਕਿਹਾ ਜਾ ਸਕਦਾ ਹੈ? ਹੁਣ ਆਪਾਂ ਗੱਲ ਕਰਦੇ ਹਾਂ ਅਖੀਰ ਦੇ ਵਿੱਚ ਆਮ ਲੋਕਾਂ ਦੇ ਵੱਲੋਂ, ਆਮ ਲੋਕਾਂ ਦੇ ਮਨੁੱਖੀ ਹੱਕਾਂ ਦਾ ਜਿਹੜਾ ਘਾਣ ਕੀਤਾ ਜਾਂਦਾ ਹੈਗਾ ਉਹਦੀ। ਵੈਸੇ ਤਾਂ ਸਰਕਾਰ ਦੇ ਵੱਲੋਂ ਜੇ ਪੂਰਾ ਕੰਟਰੋਲ ਹੋਵੇ, ਸਰਕਾਰ ਦਾ ਪੂਰਾ ਕੁੰਡਾ ਹੋਵੇ, ਤਾਂ ਫਿਰ ਮੇਰੀ ਕੀ ਮਜ਼ਾਲ ਹੈ ਭਲਾ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਆਪਣੇ ਇਲਾਕੇ ਦੇ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰ ਸਕਾਂ, ਭਾਵੇਂ ਮੇਰੇ ਕੋਲ ਕਿਸੇ ਵੀ ਤਰ੍ਹਾਂ ਦੀ ਪਾਵਰ ਹੋਵੇ ਤੇ ਚਾਹੇ ਪਾਵਰ ਨਾ ਹੋਵੇ, ਕੋਈ ਮਜ਼ਾਲ ਨਹੀਂ ਹੈਗੀ। ਹੁਣ ਜੇ ਸਰਕਾਰਾਂ ਅਵੇਸਲੀਆਂ ਨੇ, ਜੇ ਸਰਕਾਰਾਂ ਦਾ ਫੇਲੀਅਰ ਵਾ, ਸਰਕਾਰਾਂ ਨਾ ਕਾਮਯਾਬ ਰਹੀਆਂ ਨੇ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਣ ਦੇ ਵਾਸਤੇ, ਤਾਂ ਫਿਰ ਅਸੀਂ ਘੱਟੋ ਘੱਟ ਦੇਸ਼ ਦੇ ਆਮ ਲੋਕ ਜਿਹੜੇ ਆਪਣੇ ਆਪ ਨੂੰ ਸਮਝਦੇ, ਮੈਂ ਬਹੁਤ ਸੱਭਿਅਕ ਹੈਗਾ ਆ, ਅਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਈਏ ਕਿ ਸਰਕਾਰਾਂ ਨਾ ਕਾਮਯਾਬ ਰਹੀਆਂ ਨੇ, ਅਸੀਂ ਆਪਣੇ ਮੁਲਕ ਦੇ ਲੋਕਾਂ ਨੂੰ ਤੰਗ ਕਰਨ ਦੀ ਵਜ੍ਹਾ ਤਾਂ ਨਹੀਂ ਬਣ ਰਹੇ। ਮੈਂ ਆਪਣੇ ਆਂਢ ਗੁਆਂਢ ਤੋਂ ਸ਼ੁਰੂ ਹੋ ਜਾਵਾਂ, ਆਪਣੇ ਪਿੰਡ, ਆਪਣਾ ਮਹੱਲਾ, ਆਪਣਾ ਸ਼ਹਿਰ, ਆਪਣਾ ਜੋ ਮਰਜ਼ੀ ਲਾ ਲਓ ਸਾਰਾ, ਕਿ ਮੈਂ ਕੀ ਕਰ ਰਿਹਾ ਹੈਗਾ? ਕਿ ਮੈਂ ਆਪਣੇ ਮੁਲਕ ਦੇ ਲੋਕਾਂ ਨੂੰ ਤੰਗ ਕਰਨ ਦੀ ਵਜ੍ਹਾ ਤਾਂ ਨਹੀਂ ਬਣ ਰਿਹਾ? ਕਿ ਮੈਂ ਅੱਧੀ ਰਾਤ ਨੂੰ ਆਪਣੀ ਨਿੱਜੀ ਖੁਸ਼ੀ ਦੇ ਵਾਸਤੇ ਲੋਕਾਂ ਨੂੰ ਉੱਚੀ ਆਵਾਜ਼ ਦੇ ਵਿੱਚ ਡੀਜੇ ਲਾ ਕੇ ਤੰਗ ਪਰੇਸ਼ਾਨ ਤਾਂ ਨਹੀਂ ਕਰਦਾ? ਮੇਰੇ ਤਾਂ ਘਰੇ ਮੈਂ ਕਹਿੰਦਾ ਜੀ ਖੁਸ਼ੀ ਆ ਜੀ, ਮੈਂ ਤਾਂ ਕਰੂੰਗਾ। ਅਸੀਂ ਐਂ ਸੋਚਦੇ ਹਾਂ। ਹੁਣ ਗੁਆਂਢੀਆਂ ਦੇ ਘਰੇ ਉੱਥੇ ਬਜ਼ੁਰਗ ਪਿਆ ਵਿਚਾਰਾ ਚੀਕਾਂ ਮਾਰਦਾ ਬਿਮਾਰੀ ਦੇ ਨਾਲ, ਸਾਨੂੰ ਕੋਈ ਪਰਵਾਹ ਨਹੀਂ, ਆਪਾਂ ਹੀ ਕਰੀਏ ਜੀ, ਸਾਡਾ ਤਾਂ ਬਜ਼ੁਰਗ ਠੀਕ ਆ ਨਾ, ਜੋ ਸਾਡਾ ਬਿਮਾਰ ਹੋਊਗਾ ਉਹ ਦੇਖੀ ਜਾਊਗੀ। ਕੀ ਅਸੀਂ ਇੱਦਾਂ ਸੋਚਦੇ ਹਾਂ? ਜੇ ਇੱਦਾਂ ਸੋਚਦੇ ਹਾਂ ਤਾਂ ਆਪਣੇ ਵੱਲੋਂ ਝਾਤ ਮਾਰ ਕੇ ਵੇਖਿਆ ਜਾਵੇ ਕਿ ਅਸੀਂ ਕੌਣ ਆ ਭਲਾ? ਅਸੀਂ ਕੌਣ ਹੋਏ ਭਲਾ? ਫਿਰ ਅਸੀਂ ਤਾਂ ਮੈਨੂੰ ਲੱਗਦਾ ਫਿਰ ਇਨਸਾਨ ਕਹਾਉਣ ਦੇ ਵੀ ਹੱਕਦਾਰ ਨਹੀਂ ਹੈਗੇ। ਗੁਆਂਢੀਆਂ ਦਾ ਬੱਚਾ ਕਹਿੰਦਾ ਮੇਰਾ ਸਵੇਰੇ ਪੇਪਰ ਆ, ਉਹਨੇ ਪੜ੍ਹਨਾ ਰਾਤ ਨੂੰ, ਅਸੀਂ ਕਹਿੰਦੇ ਤੂੰ ਪੜ੍ਹ ਕਿੱਦਾਂ ਜਾਵੇਂਗਾ? ਸਾਡੇ ਘਰੇ ਖੁਸ਼ੀ ਆ, ਸਾਡੇ ਘਰੇ ਵਿਆਹ ਰੱਖਿਆ ਹੋਇਆ, ਤੂੰ ਕਿੱਦਾਂ ਪੜ੍ਹ ਜਾਏਗਾ? ਅਸੀਂ ਉਹਨੂੰ ਵੀ ਮਜਬੂਰ ਕਰਦੇ ਤੂੰ ਵੀ ਆ ਕੇ ਇੱਥੇ ਸਾਡੇ ਨਾਲ ਨੱਚ। ਇੱਦਾਂ ਦੇ ਹਾਲਾਤ, ਗੰਦੇ ਗਾਣੇ ਜਿਨ੍ਹਾਂ ਦੇ ਦੋ ਅਰਥੀ ਬੋਲ ਹੁੰਦੇ ਨੇ, ਉਹ ਅੱਧੀ ਰਾਤ ਨੂੰ ਲੋਕਾਂ ਦੇ ਕੰਨਾਂ ਵਿੱਚ ਧੱਕੇ ਨਾਲ ਅਸੀਂ ਵਾੜਦੇ ਹਾਂ। ਇੱਦਾਂ ਅਸੀਂ ਵਾੜਦੇ ਹਾਂ। ਅਗਲਾ ਘਰ ਸੁੱਤਾ ਪਿਆ, ਅਸੀਂ ਕਹਿੰਦੇ ਤੂੰ ਸੌਂ ਕਿੱਦਾਂ ਜਾਊਂਗਾ? ਤੂੰ ਕਹਿੰਦਾ ਮੈਂ ਇੱਦਾਂ ਦੇ ਲਫ਼ਜ਼ ਸੁਣਨੇ ਨਹੀਂ ਹੈਗੇ, ਅਸੀਂ ਤੈਨੂੰ ਧੱਕੇ ਨਾਲ ਸੁਣਾਵਾਂਗੇ। ਕਿ ਇਹ ਮਨੁੱਖੀ ਹੱਕਾਂ ਦਾ ਘਾਣ ਅਸੀਂ ਆਮ ਲੋਕਾਂ ਦਾ ਘਾਣ ਨਹੀਂ ਕਰ ਰਹੇ ਹੈਗੇ? ਇਹ ਵਿਚਾਰਨ ਦੀ ਜ਼ਰੂਰਤ ਹੈਗੀ ਆ। ਇਸ ਤੋਂ ਇਲਾਵਾ ਹੋਰ ਬਹੁਤ ਕੁਛ ਹੈਗਾ। ਹੁਣ ਇੱਕ ਸਰਕਾਰੀ ਪੱਧਰ ਕਾਨੂੰਨਨ ਸਿਗਰਟ ਦੀ ਡੱਬੀ ਦੇ ਉੱਪਰ ਵੀ ਲਿਖਿਆ ਹੁੰਦਾ ਹੈਗਾ ਜਿਹੜੇ ਸਿਗਰਟਾਂ ਪੀਣ ਦੇ ਆਦੀ ਹੈ ਇਹ ਸਿਹਤ ਵਾਸਤੇ ਹਾਨੀਕਾਰਕ ਹੈ। ਭਾਈ ਤੂੰ ਸੂਟਾ ਖਿੱਚਦਾ ਅੰਦਰ, ਉੱਤੇ ਲਿਖਿਆ ਹੋਇਆ ਬਕਾਇਦਾ ਸਿਹਤ ਵਾਸਤੇ ਹਾਨੀਕਾਰਕ ਹੈ। ਤੂੰ ਆਪਣੀ ਸਿਹਤ ਦਾ ਘਾਣ ਕਰ ਰਿਹਾ ਹੈਗਾ। ਤੇ ਤੂੰ ਵੀ ਮਨੁੱਖ ਆ, ਇਹ ਮਨੁੱਖ, ਤੂੰ ਵੀ ਇੱਕ ਮਨੁੱਖ ਆ। ਤੂੰ ਆਪਣੇ ਜ਼ਿੰਦਗੀ ਨੂੰ ਜੀਣ ਦੇ ਅਧਿਕਾਰ ਦਾ ਘਾਣ ਆਪ ਕਰ ਰਿਹਾ ਆਪਣੇ ਹੱਥ ਦੇ ਨਾਲ। ਜਦੋਂ ਸੂਟੇ ਖਿੱਚਦਾ ਕਰਨਾ ਕਰੀ ਜਾ ਭਾਈ, ਤੈਨੂੰ ਕੌਣ ਰੋਕਦਾ? ਫਿਰ ਤੈਨੂੰ ਰੋਕ ਹੀ ਨਹੀਂ ਸਕਦਾ ਜਦੋਂ ਉਹਦੇ ਉੱਤੇ ਲਿਖਿਆ ਹੋਇਆ ਤਾਂ ਵੀ ਨਹੀਂ, ਜੇ ਤੂੰ ਮੰਨਣ ਨੂੰ ਤਿਆਰ ਹੈਗਾ ਤਾਂ। ਪਰ ਤੈਨੂੰ ਇਸ ਗੱਲ ਦਾ ਤਾਂ ਕੋਈ ਹੱਕ ਨਹੀਂ ਨਾ। ਤੂੰ ਆਪਣੇ ਆਂਢ ਗੁਆਂਢ, ਗਲੀ ਮੁਹੱਲੇ, ਸੜਕ ਜਿੱਥੇ ਤੂੰ ਖੜਾ ਹੈਗਾ, ਜਿੱਥੇ ਦੁਕਾਨ 'ਚ ਤੂੰ ਬਾਹਰ ਖੜਾ ਹੈਗਾ, ਸੜਕ ਦੇ ਉੱਪਰ ਤੁਰਿਆ ਜਾਂਦਾ, ਵੀ ਤੂੰ ਲੋਕਾਂ ਦੇ ਮੂੰਹ ਦੇ ਉੱਪਰ ਸੂਟੇ ਮਾਰੇ ਖਿੱਚ ਕੇ ਭਲਾ। ਉਹਨਾਂ ਨੂੰ ਵੀ ਅਸੀਂ ਮਜਬੂਰ ਕਰਦੇ ਹਾਂ ਲੋਕਾਂ ਨੂੰ। ਸੋ ਇਸ ਤੋਂ ਇਲਾਵਾ ਹੋਰ ਬਹੁਤ ਲੰਮੇਰੀ ਲਿਸਟ ਹੈਗੀ ਆ ਇਸ ਗੱਲ ਦੀ ਵੀ, ਜਿਹੜਾ ਅਸੀਂ ਆਮ ਲੋਕਾਂ ਨੂੰ ਤੰਗ ਕਰਨ ਦੀ ਵਜ੍ਹਾ ਬਣਦੇ ਹਾਂ। ਅਸੀਂ ਜੀਣਾ ਹਰਾਮ ਕਰ ਛੱਡਿਆ ਇੱਕ ਦੂਜੇ ਦਾ। ਅਸੀਂ ਆਪ ਹੀ ਕਾਹਦੇ ਵਾਸਤੇ ਭਲਾ? ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਦੀ ਖਾਤਰ, ਝੂਠੀਆਂ ਖੁਸ਼ੀਆਂ ਦੀ ਖਾਤਰ। ਇਹ ਖੁਸ਼ੀਆਂ 4 ਦਿਨ ਰਹਿਣ ਵਾਲੀਆਂ ਨਹੀਂ ਹੈਗੀਆਂ। ਇਹ ਅੱਜ ਵਿਆਹ ਹੁੰਦਾ ਧੂਮ ਧੜਕੇ ਦੇ ਨਾਲ, ਡੀਜੇ ਵੱਜਦੇ ਆ ਐਨ, ਮੈਂ ਕਹਿੰਦਾ
ਚੱਕੇ ਫੱਟੇ ਚੱਕੇ ਹੁੰਦੇ ਆ। ਆਹ ਹਫ਼ਤੇ ਬਾਅਦ ਪਤਾ ਲੱਗਦਾ ਮੂੰਹ ਲਟਕੇ ਹੁੰਦੇ ਆ। ਇੱਦਾਂ ਕੀ ਹੋਇਆ ਜੀ ਭਲਾ ਜੀ? ਬਹੁਤ ਤੰਗ ਕਰਦੇ ਆ ਕੁੜੀ ਨੂੰ। ਦੱਸੋ, ਮਤਲਬ ਮਿੰਟ 'ਚ ਖੁਸ਼ੀ ਆ ਗਈ ਤਾਂ ਇੱਦਾਂ ਤੜਥੱਲੀ ਮਚਾਉਂਦੇ ਆ ਆਪਾਂ, ਮਿੰਟ 'ਚ ਗਮ ਆ ਗਿਆ ਬੂਥੇ ਐ ਲਟਕੇ ਹੁੰਦੇ ਆ। ਕੀ ਹੈ, ਅਸੀਂ ਕਿੱਦਾਂ ਦੀ ਜ਼ਿੰਦਗੀ ਜੀਉ ਰਹੇ ਹਾਂ? ਆਪਣੇ ਆਪ ਨੂੰ ਵਧੀਆ ਜ਼ਿੰਦਗੀ, ਵਧੀਆ ਇਨਸਾਨ ਆਪਾਂ ਬਣਨ ਦੀ ਕੋਸ਼ਿਸ਼ ਕਰੀਏ, ਇੱਕ ਮਿਸਾਲ ਕਾਇਮ ਕਰਕੇ ਜਾਈਏ ਕਿ ਅਸੀਂ ਵਧੀਆ ਜ਼ਿੰਦਗੀ ਜੀ ਕੇ ਗਏ ਹਾਂ। ਉਹ ਘੱਟੋ ਘੱਟ ਆਪਣੇ ਆਪ ਨੂੰ, ਸਾਨੂੰ ਤਾਂ ਸਕੂਨ ਹੋਵੇ ਨਾ, ਆਪਣੇ ਆਪ ਨੂੰ ਅਸੀਂ, ਸਾਡਾ ਆਪਣਾ ਆਪਾ ਤਾਂ ਨਾ ਲਾਹਣਤਾਂ ਪਾਵੇ ਕਿ ਮੈਂ ਲਾਹਣਤਾਂ ਦੇ ਕਾਬਲ ਹਾਂ, ਪਰ ਮੈਂ ਇੱਦਾਂ ਦੀ ਜ਼ਿੰਦਗੀ ਜੀ ਕੇ ਗਿਆ। ਇੱਦਾਂ ਦੀ ਤਾਂ ਕੋਸ਼ਿਸ਼ ਕਰੀਏ ਆਪਾਂ। ਇੱਕ ਹੋਰ ਲਾਸਟ ਗੱਲ ਕਹਿ ਕੇ ਸਮਾਪਤੀ ਕਰਦੇ ਹਾਂ। ਮੈਂ ਵੇਖਦਾ ਕਿ ਆਪਣੇ ਹੱਕਾਂ ਦੀ ਖਾਤਰ ਆਪਾਂ ਸੰਘਰਸ਼ ਕਰਦੇ ਹਾਂ, ਸਾਡੇ ਲੋਕ ਸੰਘਰਸ਼ ਕਰਦੇ ਨੇ, ਚੌਂਕਾਂ ਚੌਰਾਹਿਆਂ ਦੇ ਵਿੱਚ ਧਰਨੇ ਮੁਜ਼ਾਹਰੇ ਹੁੰਦੇ ਆ। ਮੈਂ ਅਕਸਰ ਵੇਖਦਾ ਕਿ ਪੱਤਰਕਾਰ ਹੋਣ ਦੇ ਨਾਤੇ ਮੈਂ ਕਈ ਵਾਰ ਕਵਰੇਜ ਕਰਨ ਵਾਸਤੇ ਵੀ ਜਾਂਦਾ ਹੈਗਾ। ਕਈ ਵਾਰ ਤਾਂ ਮੈਨੂੰ ਸੰਗ ਆਉਂਦੀ ਹੈ। ਕਈ ਵਾਰ ਯਕੀਨ, ਕੋਈ ਮੇਰਾ ਵੀਰ ਜਾਂ ਭੈਣ ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਸਰਕਾਰਾਂ ਨੂੰ ਅਸੀਂ ਕਈ ਵਾਰ ਬਹੁਤ ਜ਼ਿਆਦਾ ਤੰਗ ਨਹੀਂ ਕਰ ਪਾਉਂਦੇ ਹੈਗੇ। ਧਰਨੇ ਮੁਜ਼ਾਹਰੇ ਕਰਕੇ ਭਲਾ ਆਪਾਂ ਸਰਕਾਰਾਂ ਨੂੰ ਕਰਦੇ ਹਾਂ ਤੰਗ, ਸਰਕਾਰਾਂ ਦੇ ਕੰਨਾਂ 'ਚ ਆਵਾਜ਼ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਪ੍ਰਸ਼ਾਸਨ ਜਾਂ ਸਰਕਾਰਾਂ ਜਾਂ ਜ਼ਿੰਮੇਵਾਰ ਅਦਾਰੇ ਜਿਨ੍ਹਾਂ ਦੇ ਖਿਲਾਫ ਆਪਾਂ ਸੰਘਰਸ਼ ਕਰ ਰਹੇ ਹਾਂ, ਕਈ ਵਾਰ ਆਪਾਂ ਕੀ ਕਰਦੇ ਹੈਗੇ ਹਾਂ, ਧਰਨਾ ਲਾਉਂਦੇ ਇੱਦਾਂ ਦੀ ਥਾਂ ਦੇ ਉੱਪਰ ਆਮ ਲੋਕ, ਕੋਈ ਬਿਮਾਰ, ਮੈਂ ਇੱਕ ਉਦਾਹਰਣ ਦੇ ਕੇ ਗੱਲ ਕਰਨੀ ਚਾਹੂੰਗਾ। ਇੱਥੇ ਆਪਣੇ ਸ਼ਹਿਰ ਦੇ ਵਿੱਚ ਇੱਕ ਧਰਨਾ ਲੱਗਾ ਹੋਇਆ ਸੀਗਾ ਪੂਰੇ ਚੌਂਕ ਦੇ ਵਿੱਚ। ਹੁਣ ਚੌਂਕ ਨੂੰ 4 ਰਾਹ ਆਉਂਦੇ ਆ ਚਾਰੋਂ ਹੀ ਪਾਸਿਆਂ ਤੋਂ। ਹੁਣ ਕਿਸੇ ਨੂੰ ਪਤਾ ਨਹੀਂ ਸੀ ਵੀ ਉੱਧਰ ਧਰਨਾ ਲੱਗਾ ਹੋਇਆ। ਹੁਣ ਚਾਰੇ ਪਾਸਿਆਂ ਤੋਂ ਗੱਡੀਆਂ, ਮੋਟਰਸਾਈਕਲ, ਸਕੂਟਰ ਲੈ ਕੇ ਲੋਕੀ ਉਧਰ ਨੂੰ ਜਾ ਰਹੇ ਸੀਗੇ, ਪਰ ਉਮਰੇ ਧਰਨਾ ਸੀ, ਬੰਦ ਸੀਗਾ ਤੇ ਪੁਲਿਸ ਵਾਲੇ ਚਾਰੇ ਪਾਸੇ ਸੀ। ਉਹ ਕਹਿੰਦੇ ਨੇ ਤੁਸੀਂ ਇੱਧਰ ਨੂੰ ਜਾ ਨਹੀਂ ਸਕਦੇ, ਧਰਨਾ ਲੱਗਾ ਹੋਇਆ। ਹੁਣ ਲੋਕਾਂ ਨੇ ਚਾਰੇ ਬੰਨਿਆਂ ਤੋਂ, ਸਾਈਡਾਂ ਨੂੰ ਜਿਹੜੀਆਂ ਗਲੀਆਂ ਹੁੰਦੀਆਂ ਨੇ ਸੱਜੇ ਖੱਬੇ, ਉਧਰ ਨੂੰ ਆਪੋ ਆਪਣੀਆਂ ਗੱਡੀਆਂ, ਸਕੂਟਰ, ਵਹੀਕਲ ਸਾਰੇ ਉਧਰ ਨੂੰ ਪਾ ਲਏ। ਔਰ ਇੱਕ ਐਂਬੂਲੈਂਸ ਸੀਗੀ। ਮੈਂ ਬੜਾ ਹੈਰਾਨ ਹੋਇਆ ਵੀ ਉਹਦੇ ਵਿੱਚ ਕੋਈ ਐਨ ਹੋ ਸਕਦਾ ਪੇਸ਼ੈਂਟ ਕੋਈ ਇੱਦਾਂ ਦਾ, ਬਹੁਤ ਜ਼ਿਆਦਾ ਮੈਨੂੰ ਵੇਖ ਕੇ ਮੇਰੇ ਮਨ 'ਚ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਬਣਿਆ। ਮੈਂ ਵੀ ਆਪਣੀ ਗੱਡੀ ਲੈ ਕੇ ਤੇ ਫਸਿਆ ਰਿਹਾ ਕਿੰਨੇ ਚਿਰ, ਫਿਰ ਮੈਂ ਹੋਰ ਪਾਸੇ ਨਿਕਲ ਗਿਆ। ਪਰ ਮੇਰੇ ਮਨ ਵਿੱਚ ਖਿਆਲ ਆਉਣੇ ਸ਼ੁਰੂ ਹੋ ਗਏ, ਤੰਗ ਕੌਣ ਹੋ ਰਿਹਾ ਭਲਾ? ਅਸੀਂ ਕਈ ਵਾਰ ਆਪਣੇ ਹੀ ਲੋਕਾਂ ਨੂੰ, ਅਸੀਂ ਆਪ ਸੰਘਰਸ਼ ਕਰ ਰਹੇ ਨਾ, ਆਮ ਲੋਕ, ਅਸੀਂ ਆਮ ਲੋਕਾਂ ਨੂੰ ਹੀ ਤੰਗ ਪਰੇਸ਼ਾਨ ਕਰਨ ਦੀ ਅਸੀਂ ਕਈ ਵਾਰ ਵਜ੍ਹਾ ਬਣਦੇ ਹਾਂ। ਸੋ ਮੈਨੂੰ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ। ਜਿੱਥੇ ਸਰਕਾਰਾਂ ਨੇ ਰੱਜ ਕੇ ਘਾਣ ਕੀਤਾ ਮਨੁੱਖੀ ਅਧਿਕਾਰਾਂ ਦਾ, ਉੱਥੇ ਜੇ ਅਸੀਂ ਵੀ ਕੋਈ ਕਸਰ ਬਾਕੀ ਨਾ ਛੱਡਾਂਗੇ ਤਾਂ ਫਿਰ ਕੌਣ ਲੋਕ ਨੇ ਜਿਹੜੇ ਮੂਹਰੇ ਆਉਣਗੇ ਮਨੁੱਖੀ ਅਧਿਕਾਰਾਂ ਦੇ ਸਹੀ ਮਾਇਨੇ ਵਿੱਚ ਰਾਖੇ ਹੋ ਕੇ? ਜਾਂਦੇ ਮੈਂ 2 ਸਵਾਲ ਜ਼ਰੂਰ ਕਰਨੇ ਚਾਹੂੰਗਾ। ਜਿਹੜੀ ਆਪਾਂ ਇਹ ਗੱਲ ਕਰਕੇ ਹਟਿਆ ਨਾ, ਸਰਕਾਰੀ ਪੱਧਰ ਦੇ ਉੱਪਰ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਅੱਜ ਤੱਕ ਵੀ ਲਗਾਤਾਰ ਹੋ ਰਿਹਾ। ਅੱਜ ਤੇ ਦੁਨੀਆ ਭਰ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ। ਅੱਜ ਦੁਨੀਆ ਦੀਆਂ ਵੱਡੀਆਂ ਤਾਕਤਾਂ, ਵੱਡੇ ਮੁਲਕ ਜਿਹੜੇ ਨੇ, ਉਹ ਇੱਥੋਂ ਦੇ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਦੇ ਮੂੰਹ ਦੇ ਉੱਪਰ ਹੀ ਕਹਿਣ ਲੱਗ ਪਏ। ਹੁਣ ਤਾਂ ਮੂੰਹ ਦੇ ਉੱਤੇ ਲੱਗ ਪਏ ਕਹਿਣ ਵੀ ਤੁਹਾਡੇ ਮੁਲਕ ਦੇ ਵਿੱਚ ਬਹੁਤ ਬੁਰੇ ਹਾਲਾਤ ਨੇ, ਤੁਹਾਡੇ ਮੁਲਕ ਦੇ ਵਿੱਚ ਰੱਜ ਕੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ। ਅੱਜ ਇੱਦਾਂ ਦੇ ਹਾਲ ਹੋ ਗਏ ਨੇ। ਇੱਦਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਕੀ ਭਾਰਤ ਦੀਆਂ ਸਰਕਾਰਾਂ, ਭਾਰਤ ਦੀਆਂ ਹਕੂਮਤਾਂ ਇਸ ਗੱਲ ਦੇ ਲਈ ਕੋਈ ਨਾ ਕੋਈ ਯਤਨ ਕਰਨਗੀਆਂ ਕਿ ਆਪਣਾ ਅਕਸ ਵਰਲਡ ਲੈਵਲ ਦੇ ਉੱਪਰ ਸੁਧਾਰਿਆ ਜਾ ਸਕੇ? ਕੀ ਉਹ ਆਪਣੇ ਮੁਲਕ ਦੇ ਲੋਕਾਂ ਦੇ ਹੱਕਾਂ ਦੀ ਖਾਤਰ ਜਿਹੜੇ ਸੰਘਰਸ਼ ਕਰ ਰਹੇ ਨੇ, ਇਸ ਗੱਲ ਦਾ ਧਿਆਨ ਰੱਖਣਗੇ? ਕੀ ਉਹ ਆਪਣਾ ਅਕਸ ਵਧੀਆ ਸੁਧਾਰਨ ਦੇ ਵਾਸਤੇ ਕੋਈ ਯਤਨ ਕਰਨਗੇ? ਆਖਰੀ ਗੱਲ, ਕੀ ਭਾਰਤ ਦੀਆਂ ਸਰਕਾਰਾਂ ਇਸ ਗੱਲ ਦੀ ਇਜਾਜ਼ਤ ਆਪਣੇ ਮੁਲਕ ਦੇ ਉਹਨਾਂ ਲੋਕਾਂ ਨੂੰ ਦੇਣਗੀਆਂ ਜਿਹੜੇ ਲੋਕ ਆਜ਼ਾਦੀ ਦੀ ਖਾਤਰ ਸੰਘਰਸ਼ ਕਰ ਰਹੇ ਨੇ, ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਚਾਹੁੰਦੇ ਨੇ ਕਿ ਅਸੀਂ ਆਪਣਾ ਵੱਖਰਾ ਇੱਕ ਮੁਲਕ ਬਣਾ ਕੇ, ਜਾਂ ਸਾਡੀ ਇੱਕ ਵੱਖਰੀ ਸਟੇਟ ਹੋਵੇ, ਚਾਹੇ ਬਫਰ ਸਟੇਟ ਹੋਵੇ, ਉਹਨੂੰ ਜੋ ਮਰਜ਼ੀ ਕਹਿ ਲਓ, ਵੀ ਅਸੀਂ ਚਾਹੁੰਦੇ ਹਾਂ ਕਿ ਉੱਥੇ ਅਸੀਂ ਆਪਣਾ ਵਧੀਆ ਤਰੀਕੇ ਦੇ ਨਾਲ ਅਸੀਂ ਰਹੀਏ? ਕੀ ਭਾਰਤ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਭਲਾ? ਪਹਿਲੀ ਤਾਂ ਗੱਲ ਇਹ ਹੈਗੀ ਆ। ਉਸ ਤੋਂ ਬਾਅਦ ਕੀ ਇੱਥੋਂ ਦੀਆਂ ਹਕੂਮਤਾਂ ਕਰਨਗੀਆਂ ਐਡਾ ਵੱਡਾ ਜਿਗਰਾ ਆਪਣਾ ਕਰਨਗੀਆਂ ਕਿ ਠੀਕ ਹੈ ਜੀ ਤੁਸੀਂ ਕਰਵਾਓ, ਸਰਵੇ ਕਰਵਾਓ, ਤੁਸੀਂ ਕਰਵਾਓ, ਤੁਸੀਂ ਪੁੱਛੋ ਆਪਣੇ ਲੋਕਾਂ ਨੂੰ, ਤੁਸੀਂ ਇੱਕ ਉਹਨੂੰ ਰੈਫਰੈਂਡਮ ਕਹਿ ਲਓ ਵੀ ਤੁਸੀਂ ਕਰਵਾਓ, ਅਸੀਂ ਵੇਖ ਲੈਂਦੇ ਹਾਂ ਵੀ ਜੇ ਲੋਕ ਚਾਹੁੰਦੇ ਨੇ ਇੱਦਾਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਫਿਰ ਕੀ ਹੋਇਆ? ਖੁੱਲ੍ਹਾ ਦਿਲ ਚਾਹੀਦਾ, ਪਰ ਇਹਦੇ ਲਈ ਬੜਾ ਵੱਡਾ ਜਿਗਰਾ ਚਾਹੀਦਾ ਇਹਦੇ ਵਾਸਤੇ। ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਵਾਸਤੇ ਭਾਰਤ ਦੀਆਂ ਸਰਕਾਰਾਂ ਯਤਨ ਕਰਨਗੀਆਂ? ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਹੜੇ ਮੁਲਕ ਦੇ ਆਮ ਲੋਕ ਨੇ, ਮੈਂ ਉਹਨਾਂ ਨੂੰ ਵੀ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਇੱਦਾਂ ਦੇ ਵੱਡੇ ਦਿਨ ਮਨਾਏ ਹੋਏ ਤਾਂ ਹੀ ਸਫਲ ਨੇ ਜੇ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਕਰੀਏ। ਪਹਿਲਾਂ ਆਪਣੇ ਆਪ ਨੂੰ ਠੀਕ ਕਰ ਲਈਏ, ਉਸ ਤੋਂ ਬਾਅਦ ਸਰਕਾਰਾਂ ਜਦੋਂ ਘਾਣ ਕਰਦੀਆਂ ਨੇ ਤਾਂ ਸਰਕਾਰਾਂ ਦੇ ਮੂਹਰੇ ਤੁਸੀਂ ਫਿਰ ਖੜੇ ਹੋਣ ਦੇ ਜੋਗੇ ਹੋ ਸਕਦੇ ਹੋ। ਜੇ ਅਸੀਂ ਆਪ ਹੀ ਸਾਡੇ ਪੈਰ ਉਖੜੇ ਹੋਏ ਨੇ ਤਾਂ ਫਿਰ ਅਸੀਂ ਸਰਕਾਰਾਂ ਨੂੰ ਕਹਿ ਨਹੀਂ ਸਕਦੇ ਹੈਗੇ। ਕਹਿ ਸਕਦੇ ਹਾਂ ਉੱਦਾਂ ਹੀ ਕਹੀ, ਚਲੋ ਵੱਖਰੀ ਗੱਲ ਆ, ਪਰ ਕਿਹੜੇ ਮੂੰਹ ਨਾਲ ਆਖਾਂਗੇ ਜੇ ਅਸੀਂ ਆਪ ਵੀ ਉੱਦਾਂ ਦੇ ਹੀ ਹਾਂ? ਤਾਂ ਜੇ ਅਸੀਂ ਆਪ ਵੀ ਇੱਦਾਂ ਹੀ ਹਾਂ ਵੀ ਜੇ ਸਾਡੇ ਨਾਲ ਧੱਕਾ ਹੁੰਦਾ ਸੀ ਕੱਲ੍ਹ ਤੇ
ਅੱਜ ਸਾਡੀ ਹਕੂਮਤ ਵਾ ਤਾਂ ਅੱਜ ਅਸੀਂ ਫਿਰ ਲੋਕਾਂ ਨਾਲ ਧੱਕਾ ਕਰਾਂਗੇ। ਜੇ ਇਦਾਂ ਦੀ ਪ੍ਰਵਿਰਤੀ ਲੈ ਕੇ ਅਸੀਂ ਚੱਲ ਰਹੇ ਹਾਂ ਤਾਂ ਫਿਰ ਗੱਲ ਨਹੀਂ ਬਣਨੀ। ਗੱਲ ਇਹ ਆ ਵੀ ਜਦੋਂ ਸਾਡੇ ਹੱਥ ਵਿੱਚ ਤਾਕਤ ਹੋਊਗੀ ਛੋਟੀ ਤੋਂ ਲੈ ਕੇ ਵੱਡੀ ਤੱਕ ਦੀ, ਵੀ ਅਸੀਂ ਇਦਾਂ ਨਹੀਂ ਕਰਾਂਗੇ ਜੋ ਉਹਨਾਂ ਲੋਕਾਂ ਨੇ ਕੀਤਾ। ਸੋ ਵਰਲਡ ਲੈਵਲ ਦੇ ਉੱਪਰ ਹੀ ਨਹੀਂ, ਆਪਾਂ ਰੱਬ ਨੂੰ ਮੂੰਹ ਦਿਖਾਉਣ ਦੇ ਜੋਗੇ ਵੀ ਹੋ ਜਾਂਦੇ ਆ। ਫਿਰ ਸਰਕਾਰ ਦੇ ਵਾਸਤੇ ਆਖਰੀ ਸਵਾਲ ਜਾਂਦੇ ਜਾਂਦੇ, ਕੀ ਭਾਰਤ ਦੀ ਸਰਕਾਰ ਜਿਹੜੇ ਲੋਕ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੇ ਆਜ਼ਾਦੀ ਪਸੰਦ ਨੇ, ਜਿਹੜੇ ਆਜ਼ਾਦ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਮੌਕਾ ਮੁਹੱਈਆ ਕਰਵਾਉਣਗੀਆਂ ਕਿ ਠੀਕ ਆ ਜੀ ਅਸੀਂ ਤੁਹਾਨੂੰ ਮੌਕਾ ਦਿੰਦੇ ਹਾਂ, ਤੁਸੀਂ ਆਪਣੇ ਮੁਲਕ ਦੇ ਲੋਕਾਂ ਨੂੰ, ਆਪਣੀ ਸਟੇਟ ਦੇ ਲੋਕਾਂ ਨੂੰ, ਆਪਣੇ ਲੋਕਾਂ ਨੂੰ ਪੁੱਛ ਕੇ ਵੇਖ ਲਓ। ਜੇ ਉਹ ਚਾਹੁੰਦੇ ਨੇ ਤਾਂ ਤੁਸੀਂ ਭਾਈ ਆਪਣੇ ਤਰੀਕੇ ਨਾਲ ਜ਼ਿੰਦਗੀ ਬਿਤਾ ਲਓ, ਅਸੀਂ ਤੁਹਾਡੇ ਨਾਲ ਹਾਂ। ਕੀ ਹਕੂਮਤਾਂ ਐਡਾ ਵੱਡਾ ਦਿਲ ਆਪਣਾ ਦਿਖਾਉਣਗੀਆਂ? ਬਹੁਤ ਬਹੁਤ ਧੰਨਵਾਦ।